ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਜਿਹੜੇ ਜਿਹੜੇ ਵਾਅਦੇ ਕਰ ਰਹੀ ਸੀਗੀ ਉਹ ਇੱਕ ਇੱਕ ਕਰਕੇ ਪੂਰੇ ਕਰਦੀ ਹੋਈ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਮਾਈਨਿੰਗ ਜਿਹੜੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਖੁਲਾਸਾ ਕੀਤਾ, ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਰੇਤ ਮਾਫੀਆ ਪਿਛਲੇ ਕਈ ਦਹਾਕਿਆਂ ਤੋਂ ਪਨਪ ਰਿਹਾ ਸੀਗਾ, ਲੋਕਾਂ ਦੀ ਲੁੱਟ ਖਸੁੱਟ ਕਰ ਰਿਹਾ ਸੀਗਾ, ਉਹ ਮਾਈਨਿੰਗ ਮਾਫੀਆ ਹੁਣ ਅਸੀਂ ਖਤਮ ਕਰਨ ਜਾ ਰਹੇ ਹਾਂ। ਉਹ ਦਾਅਵੇ ਕਿੱਥੋਂ ਤੱਕ ਸਹੀ ਨੇ, ਕਿੱਥੋਂ ਤੱਕ ਸਹੀ ਸਾਬਤ ਹੁੰਦੇ ਨੇ, ਇਹਨਾਂ ਦਾਅਵਿਆਂ ਦੀ ਜਿਹੜੀ ਪੜਚੋਲ ਅੱਜ ਕਰਾਂਗੇ। ਕੀ ਕੁਝ ਗਰਾਊਂਡ ਲੈਵਲ ਤੇ ਕੀਤਾ ਜਾ ਰਿਹਾ, ਪੰਜਾਬ ਸਰਕਾਰ ਵੱਲੋਂ ਕਿੱਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਵੱਡਾ ਇੱਕ ਸਵਾਲ ਹੈਗਾ। ਤਕਰੀਬਨ 45 ਰੁਪਏ ਪਿਛਲੇ ਕੁਝ ਦਿਨਾਂ ਪੁਰਾਣੀ ਅਸੀਂ ਗੱਲ ਕਰ ਰਹੇ ਹਾਂ, 45 ਰੁਪਏ ਦੇ ਹਿਸਾਬ ਨਾਲ ਰੇਤਾ ਮਿਲਦਾ ਸੀਗਾ। ਤਾਂ ਬਹੁਤ ਵੱਡੀ ਇੱਕ ਦਿੱਕਤ ਸੀਗੀ ਲੋਕਾਂ ਨੂੰ, ਜਿਨ੍ਹਾਂ ਨੇ ਮਕਾਨ ਬਣਾਉਣੇ ਸ਼ੁਰੂ ਕੀਤੇ ਹੋਏ ਸੀ। ਵਿਚਕਾਰ ਜਿਹੜਾ ਮਕਾਨਾਂ ਦਾ ਕੰਮ ਲੋਕਾਂ ਨੇ ਰੋਕ ਦਿੱਤਾ ਸੀ ਮਜਬੂਰੀ ਦੇ ਵਿੱਚ, ਕਿਉਂਕਿ ਰੇਤਾ ਤੇ ਬਜਰੀ ਜਿੱਤੋਂ ਬਿਨਾਂ ਮਕਾਨ ਬਣਨਾ ਮੁਕੰਮਲ ਹੋਣਾ ਸੰਭਵ ਨਹੀਂ ਹੈਗਾ। ਇਸੇ ਕਰਕੇ ਕੰਮ ਸਾਰੇ ਵਿੱਚ ਰੋਕਤੇ ਸੀਗੇ। ਤਾਂ ਸਰਕਾਰ ਤੇ ਇਸ ਦਰਮਿਆਨ ਵੱਡੇ ਸਵਾਲ ਵੀ ਉੱਠੇ ਸੀਗੇ। ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ। ਇਹ ਦਾਅਵਾ ਕੱਲਾ ਦਾਅਵਾ ਨਹੀਂ ਕੀਤਾ, ਡੀਪੂ ਖੋਲ ਦਿੱਤੇ ਗਏ ਨੇ। ਮੋਹਾਲੀ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਅਜਿਹਾ ਇੱਕ ਡੀਪੂ ਕੇਂਦਰ ਖੋਲ੍ਹਿਆ ਗਿਆ, ਜਿੱਥੇ ਸਰਕਾਰੀ ਰੇਟਾਂ ਤੇ ਰੇਤਾ ਬਜਰੀ ਤੇ ਹੋਰ ਜਿਹੜੀ ਸਮੱਗਰੀ ਹੈ ਉਹ ਮਿਲਿਆ ਕਰੇਗੀ। ਬਕਾਇਦਾ ਉਸ ਕੇਂਦਰ ਤੇ ਇੱਕ ਬੋਰਡ ਲਗਾਇਆ ਗਿਆ, ਜਿਹਦੇ ਵਿੱਚ ਕੁਝ ਅਧਿਕਾਰੀਆਂ ਦੇ ਨੰਬਰ ਵੀ ਦਿੱਤੇ ਗਏ ਨੇ। ਇਕੱਲੇ ਨੰਬਰ ਨਹੀਂ ਦਿੱਤੇ ਗਏ ਜਾਣਕਾਰੀ ਵਾਸਤੇ, ਬਲਕਿ ਉੱਥੇ ਇਹ ਵੀ ਲਿਖਿਆ ਹੋਇਆ ਕਿ ਲੋਕਾਂ ਤੋਂ ਪੈਸਾ ਨਹੀਂ ਲੁੱਟਿਆ ਜਾਵੇਗਾ। ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਇਹ ਦਾਅਵਾ ਕੀਤਾ, ਪਰੰਤੂ ਦਾਅਵਾ ਸਹੀ ਹੈ ਅਸਲ ਮਾਇਨਿਆਂ ਦੇ ਵਿੱਚ ਜਾਂ ਨਹੀਂ, ਇਹਦੀ ਪੜਚੋਲ ਅੱਜ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਕਿਉਂਕਿ ਲੋਕਾਂ ਦੀ ਆਮ ਰੂਟੀਨ ਦੀ ਰੇਤਾ ਬਜਰੀ, ਕਿਉਂਕਿ ਲੋਕ ਆਪਣੇ ਮਕਾਨਾਂ ਦੀ ਉਸਾਰੀ ਕਰਦੇ ਰਹਿੰਦੇ ਨੇ, ਆਪਣੀਆਂ ਦਫ਼ਤਰਾਂ ਦੀ ਉਸਾਰੀ ਕਰਦੇ ਰਹਿੰਦੇ ਨੇ, ਤਾਂ ਸਭ ਤੋਂ ਅਹਿਮ ਰੋਲ ਜਿਹੜਾ ਰੇਤੇ ਦਾ ਹੁੰਦਾ, ਬਜਰੀ ਦਾ ਹੁੰਦਾ, ਸੀਮੈਂਟ ਦਾ ਹੁੰਦਾ, ਸਰੀਏ ਦਾ ਹੁੰਦਾ। ਸੋ ਰੇਤੇ ਦਾ ਜਿਹੜਾ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ, ਸੋ ਉਸ ਰੇਤੇ ਦੇ ਵਿਵਾਦ ਉੱਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਜਿਹੜੀ ਪੰਜਾਬ ਸਰਕਾਰ ਕਰ ਰਹੀ ਹੈ। ਸੋ ਇਸ ਉੱਤੇ ਅੱਜ ਜਿਹੜੀ ਗੱਲਬਾਤ ਕਰਾਂਗੇ। ਸਾਡੇ ਨਾਲ ਕੁਝ ਮਹਿਮਾਨ ਜਿਹੜੇ ਇਸ ਡਿਬੇਟ ਦਾ ਹਿੱਸਾ ਰਹਿਣਗੇ। ਸਭ ਤੋਂ ਪਹਿਲਾਂ ਤਾਂ ਸਰਕਾਰ ਵੱਲੋਂ, ਆਮ ਆਦਮੀ ਪਾਰਟੀ ਵੱਲੋਂ RPS ਮਲਹੋਤਰਾ ਜੀ ਨੇ, ਉਹ ਜੁੜੇ ਹੋਏ ਨੇ। ਸਵਾਗਤ ਕਰਦੇ ਆ ਮਲਹੋਤਰਾ ਜੀ ਤੁਹਾਡਾ ਇਸ ਪੈਨਲ ਦੇ ਵਿੱਚ। ਦੂਜੇ ਨੰਬਰ ਤੇ ਸਿਆਸੀ ਮਾਹਰ ਨੇ ਜਿਹੜੇ ਸਰਬਜੀਤ ਸਿੰਘ ਮੱਖਣ, ਉਹ ਵੀ ਸਾਡੇ ਨਾਲ ਇਸ ਡਿਬੇਟ ਦਾ ਹਿੱਸਾ ਰਹਿਣਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਾਅਦ ਦੇ ਵਿੱਚ ਹੋਰ ਵੀ ਜਿਹੜੇ ਗੈਸਟ ਜੋੜਾਂਗੇ, ਕਿਉਂਕਿ ਵੱਡਾ ਮੁੱਦਾ ਹੈਗਾ ਰੇਤੇ ਦਾ ਮੁੱਦਾ, ਵੱਡਾ ਮੁੱਦਾ ਹੈਗਾ। ਸੋ ਸਭ ਤੋਂ ਪਹਿਲਾਂ ਮੇਰਾ ਸਵਾਲ RPS ਮਲਹੋਤਰਾ ਜੀ ਨੂੰ। ਮਲਹੋਤਰਾ ਜੀ, ਜੇ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? आ रही है जी, बिल्कुल आ रही है। मेरी आवाज पहुंच रही ਤੁਹਾਨੂੰ? ਹਾਂ ਮਲਹੋਤਰਾ ਜੀ, ਜਿਹੜਾ ਫੈਸਲਾ ਕੀਤਾ ਗਿਆ ਇੱਕ ਪੰਜਾਬ ਸਰਕਾਰ ਵੱਲੋਂ, ਇਹਨੂੰ ਇਤਿਹਾਸਕ ਫੈਸਲਾ ਵੀ ਕਹਿ ਸਕਦੇ ਆ, ਪਰੰਤੂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਦੋਂ ਤੋਂ ਬਾਅਦ ਹੀ ਲੋਕ ਰੇਤੇ ਦੇ ਇੱਕ ਵੱਡੇ ਸੰਕਟ ਚੋਂ ਵੀ ਗੁਜ਼ਰ ਰਹੇ ਸੀਗੇ, ਵੱਡੇ ਸਵਾਲ ਵੀ ਸਰਕਾਰ ਤੇ ਚੱਕੇ ਗਏ ਸੀ। ਸੋ ਫੈਸਲੇ ਬਾਰੇ ਥੋੜੀ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਦਿਓ। ਅਰੁਣ ਜੀ, ਜਦੋਂ ਕੋਈ ਜ਼ਖਮ ਜਿਹੜਾ ਨਾਸੂਰ ਬਣ ਜਾਏ, ਕੈਂਸਰ ਬਣ ਜਾਏ, ਤਾਂ ਉਹਦੇ ਲਈ ਫਿਰ ਵੱਡਾ ਆਪਰੇਸ਼ਨ ਕਰਨਾ ਪੈਂਦਾ। ਤਾਂ ਉਸ ਆਪਰੇਸ਼ਨ ਨੂੰ ਜਿਹੜਾ ਹੈ ਉਸ ਆਪਰੇਸ਼ਨ ਦੇ ਜ਼ਖਮ ਨੂੰ ਵੀ ਠੀਕ ਹੁੰਦਿਆਂ ਥੋੜਾ ਜਿਹਾ ਸਮਾਂ ਲੱਗਦਾ। ਸੋ ਜਿਸ ਤਰੀਕੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਲੁੱਟਿਆ ਜਾ ਰਿਹਾ ਸੀ ਪਿਛਲੇ 2 ਦਹਾਕਿਆਂ ਦੇ ਦੌਰਾਨ, ਭ੍ਰਸ਼ਟਾਚਾਰ ਦੇ ਰਾਹੀਂ, ਮਾਫੀਆ ਰਾਜ ਦੇ ਰਾਹੀਂ, ਚਾਹੇ ਉਹ ਸ਼ਰਾਬ ਮਾਫੀਆ ਸੀ, ਟਰਾਂਸਪੋਰਟ ਮਾਫੀਆ ਸੀ, ਲਿਕਰ ਮਾਫੀਆ ਸੀ, ਨਸ਼ਾ ਮਾਫੀਆ ਸੀ, ਭੂ ਮਾਫੀਆ ਸੀ, ਕੇਬਲ ਮਾਫੀਆ, ਹੋਰ ਬੜੇ ਮਾਫੀਆ ਸੀਗੇ। ਸੋ ਉਹਨਾਂ ਤੇ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੇ ਵੱਡੇ ਵੱਡੇ ਕਦਮ ਚੁੱਕੇ ਨੇ। ਤੁਸੀਂ ਦੇਖਿਆ ਭ੍ਰਸ਼ਟਾਚਾਰ ਕਾਫੀ ਹੱਦ ਤੱਕ ਰੁਕਿਆ ਹੈਗਾ, ਹੋਰ ਮਾਫੀਆਜ਼ ਬੜੀ ਹੱਦ ਤੱਕ ਜਿਹੜੀਆਂ ਉਹਨਾਂ ਨੂੰ ਠੱਲ ਪਈ ਹੈਗੀ ਹੈ। ਸੋ ਇਸ ਤਰ੍ਹਾਂ ਹੀ ਜਿਹੜਾ ਰੇਤਾ ਮਾਫੀਆ ਸੀਗਾ, ਉਸ ਦੇ ਉੱਤੇ ਬੜੇ ਮਜ਼ਬੂਤ ਕਦਮਾਂ ਦੇ ਨਾਲ ਚੱਲਦੇ ਹੋਏ ਨਕੇਲ ਪਾਈ ਗਈ ਹੈਗੀ ਹੈ। ਔਰ ਤੁਸੀਂ ਦੇਖੋ ਕਿ ਪਿਛਲੇ 8-9 ਮਹੀਨੇ ਜਦੋਂ ਤੋਂ ਸਾਡੀ ਸਰਕਾਰ ਹੈ, 90% ਤੋਂ ਉੱਤੇ ਜਿਹੜਾ ਅਵੈਧ ਮਾਈਨਿੰਗ ਸੀਗੀ, ਰੇਤਾ ਮਾਫੀਆ ਜਿਹੜਾ ਉਹ ਖਤਮ ਹੋ ਚੁੱਕਾ ਹੈਗਾ। ਕਰੀਬ 500 FIRs ਹੋ ਚੁੱਕੀਆਂ ਹੈਗੀਆਂ, ਬਹੁਤ ਸਾਰੇ ਅਰੈਸਟ ਹੋਏ ਹੈਗੇ ਹੈ। ਔਰ ਸਰਕਾਰ ਜਿਹੜੀ ਹੈ ਉਹ ਗੈਰ ਕਾਨੂੰਨੀ ਤੌਰ ਤੇ ਜਿਹੜੇ ਲੋਕ ਆਪਣੇ ਟਿੱਪਰਾਂ ਵਿੱਚ ਰੇਤ ਦੀ ਟਰਾਂਸਪੋਰਟੇਸ਼ਨ ਕਰਦੇ ਨੇ, ਉਹਨਾਂ ਤੇ 2 ਲੱਖ ਰੁਪਇਆ ਪ੍ਰਤੀ ਟਿੱਪਰ
ਜਿਹੜਾ ਉਹ ਫਾਈਨ ਕਰ ਰਹੀ ਹੈਗੀ ਹੈ। ਜਿਹੜੇ ਫਾਈਨ ਨਹੀਂ ਦਿੰਦੇ ਉਹਨਾਂ ਦੇ ਜੀ ਜਿਹੜੇ ਟਿੱਪਰ ਹੈ ਉਹਨਾਂ ਨੂੰ ਵੀ ਨਿਲਾਮ ਕਰਨ ਦੀ ਜਿਹੜੀ ਆ ਉਹ ਤਿਆਰੀ ਹੈਗੀ ਹੈ। ਸੋ ਇਸ ਸਭ ਨੂੰ ਦੇਖਦੇ ਹੋਏ ਜਿਹੜੀ ਇਲੀਗਲ ਮਾਈਨਿੰਗ ਸੀਗੀ ਉਹ ਬੰਦ ਹੋ ਗਈ ਸੀ, ਕਾਫੀ ਹੱਦ ਤੱਕ ਬੰਦ ਹੋ ਗਈ ਸੀ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜਿਹੜੀ ਲੀਗਲ ਮਾਈਨਿੰਗ ਸੀ ਜਾਂ ਜਿਹੜੀ ਐਕਚੁਅਲ ਰਿਕੁਆਇਰਮੈਂਟ ਸੀਗੀ ਸਟੇਟ ਦੀ, ਉਹਦੀ ਫਿਗਰ ਬਹੁਤ ਥੋੜੀ ਜਾਂ ਬਹੁਤ ਘੱਟ ਕੋਟ ਕੀਤੀ ਹੋਈ ਸੀ। ਜੀ ਸੋ ਇੱਕ ਬੜਾ ਛੋਟਾ ਜਿਹਾ ਹਿੱਸਾ ਜਿਹੜਾ ਉਸ ਨੂੰ ਕੇਟਰ ਕਰਦਾ ਸੀ, ਔਰ ਇੱਕ ਬੜਾ ਵੱਡਾ ਹਿੱਸਾ ਜਿਹੜਾ ਹੈ ਉਹ ਫਿਰ ਇਲੀਗਲ ਮਾਈਨਿੰਗ ਦੇ ਥਰੂ ਜਿਹੜਾ ਉਹ ਉਹਦੀ ਪੂਰਤੀ ਕੀਤੀ ਜਾਂਦੀ ਸੀ, ਜਿਸ ਦੇ ਨਾਲ ਰੇਟ ਜਿਹੜੇ ਆ ਉਹ ਕੰਟਰੋਲ ਵਿੱਚ ਹੀ ਰਹਿੰਦੇ ਸੀ, ਕਿਉਂਕਿ ਦੂਜੇ ਪਾਸੋਂ ਆ ਜਾਂਦਾ ਹੁੰਦਾ ਸੀਗਾ। ਪਰ ਕਿਉਂਕਿ ਇਹ ਇਲੀਗਲ ਮਾਈਨਿੰਗ ਬੰਦ ਹੋਈ ਔਰ ਬਹੁਤ ਵੱਡਾ ਗੈਪ ਸੀਗਾ ਸਰਕਾਰ ਦੀ ਫਿਗਰ ਔਰ ਐਕਚੁਅਲ ਡਿਮਾਂਡ ਦੇ ਵਿੱਚ, ਤਾਂ ਇਹ ਰੇਟਸ ਜਿਹੜੇ ਆ ਪਿਛਲੇ ਸਮੇਂ ਦੌਰਾਨ ਇਹ ਸ਼ੂਟ ਅਪ ਕਰ ਗਏ ਸੀ। ਤੁਸੀਂ ਦੱਸਿਆ 40-45 ਰੁਪਏ ਪ੍ਰਤੀ ਜੀ ਕਿਊਬਿਕ ਫੁੱਟ ਜਿਹੜਾ ਉਹ ਵੀ ਵਿਕਿਆ ਹੈਗਾ। ਸੋ ਔਰ ਨਾਲ ਇੱਕ ਗੱਲ ਹੋਰ ਹੋਈ ਹੈ ਕਿ ਨਵੰਬਰ ਦੇ ਵਿੱਚ ਹਾਈ ਕੋਰਟ ਨੇ ਮਾਈਨਿੰਗ ਤੇ ਬੈਨ ਵੀ ਲਾਤਾ ਸੀਗਾ। ਸੋ ਇਸ ਸਭ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਹੁਣ ਸਰਕਾਰੀ ਰੇਤੇ ਦੇ ਡਿਪੂ ਖੋਲਣੇ ਸ਼ੁਰੂ ਕੀਤੇ ਹੈਗੇ ਆ। ਪਹਿਲਾ ਆਪਾਂ ਦੇਖਿਆ ਕਿ ਅੱਛਾ ਮਲਹੋਤਰਾ ਜੀ, ਹੁਣ ਕੀ ਰੇਟ ਮਿਲੇਗਾ ਰੇਤਾ ਹੁਣ ਆਮ ਲੋਕਾਂ ਤੱਕ? ਥੋੜਾ ਥੱਲੇ ਕਰ ਦੇ, ਥੱਲੇ ਕਰ ਕੁਝ ਡਿਸਟਰਬੈਂਸ ਆ ਰਹੀ ਹੈ, ਪਲੀਜ਼ ਜ਼ਰਾ ਇਹਨੂੰ ਥੱਲੇ ਕਰ ਦੇ ਬੇਟੇ, ਇਹਨੂੰ ਕਰ ਦੇ ਥੱਲੇ ਤਾਂ ਕਿ ਚੇਤਨ ਜੀ ਕਾਈਂਡਲੀ ਤੁਹਾਡੀ ਡਿਸਟਰਬੈਂਸ ਆ ਰਹੀ ਹੈ ਵਿੱਚ। ਹਾਂਜੀ ਅਰੁਣ ਜੀ, ਮੇਰੀ ਸਾਰੇ ਜਿੰਨੇ ਵੀ ਸਾਡੇ ਅੱਜ ਬੁਲਾਰੇ ਇਸ ਡਿਬੇਟ ਦੇ ਵਿੱਚ ਜੁੜੇ ਨੇ, ਜਿਹੜੀ ਡਿਸਟਰਬੈਂਸ ਆ ਰਹੀ ਹੈ, ਮਲਹੋਤਰਾ ਜੀ ਸਰਕਾਰ ਆਪਣਾ ਪੱਖ ਰੱਖ ਰਹੀ ਹੈ। ਹਾਂਜੀ ਮਲਹੋਤਰਾ ਜੀ, ਕੀ ਰੇਟ ਤੱਕ ਪਹੁੰਚ ਕਰੇਗਾ? ਅਰੁਣ ਜੀ ਇਸ ਤਰ੍ਹਾਂ ਹੈ ਕਿ ਫॉर द ਟਾਈਮ ਬਿੰਗ ਜਿਹੜਾ ਇਹ ਰੇਟ 28 ਰੁਪਏ ਪਰ ਕਿਊਬਿਕ ਫੁੱਟ ਹੈਗਾ ਹੈ, ਔਰ ਜਿਸ ਤਰ੍ਹਾਂ ਹੀ ਫਰਵਰੀ ਦੇ ਵਿੱਚ ਇਹ ਪੁਰਾਣੀ ਜਿਹੜੀ ਮਾਈਨਿੰਗ ਪਾਲਿਸੀ ਹੈ ਇਹਦਾ ਟਰਮ ਖਤਮ ਹੋ ਜਾਏਗੀ ਔਰ ਹੋਪਫੁਲੀ ਹਾਈ ਕੋਰਟ ਦਾ ਬੈਨ ਵੀ ਜਿਹੜਾ ਹਟ ਜਾਏਗਾ, ਉਦੋਂ ਤੋਂ ਫਿਰ ਲੋਕਾਂ ਨੂੰ 15 ਤੋਂ 16 ਰੁਪਏ ਪ੍ਰਤੀ ਕਿਊਬਿਕ ਫੁੱਟ ਜਿਹੜਾ ਹੈ ਰੇਤ ਮਿਲਣੀ ਸ਼ੁਰੂ ਹੋ ਜਾਏਗੀ ਔਰ 20 ਤੋਂ 21 ਰੁਪਏ ਜਿਹੜਾ ਹੈ ਉਹ ਬਜਰੀ ਮਿਲਣੀ ਸ਼ੁਰੂ ਹੋ ਜਾਏਗੀ ਜੀ। ਠੀਕ ਹੈ ਮੱਖਣ ਜੀ, ਸਰਬਜੀਤ ਮੱਖਣ ਜੀ ਵੀ ਜਿਹੜੇ ਸਿਆਸੀ ਮਾਹਰ ਨੇ ਉਹ ਸਾਨੂੰ ਤੱਥਾਂ ਤੇ ਕੁਝ ਪੜਚੋਲ ਕਰਨ ਦੇ ਵਿੱਚ ਬਹੁਤ ਮਦਦ ਕਰਦੇ ਨੇ। ਇਹ ਆਰਪੀਐਸ ਮਲਹੋਤਰਾ ਜੀ ਨੇ ਜਿਹੜਾ ਸਰਕਾਰ ਦਾ ਜਿਹੜਾ ਦਾਅਵਾ ਸੀਗਾ ਉਹ ਰੱਖਿਆ ਹੈਗਾ, 28 ਰੁਪਏ ਦੱਸਿਆ ਹੈਗਾ, ਦਾਅਵਾ ਕੀਤਾ ਹੈ, ਤਾਂ ਤੁਸੀਂ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਇਹ ਵੀ ਗੁਜ਼ਾਰਿਸ਼ ਕਰੂੰਗਾ ਕਿ ਜਿੰਨੀ ਡਿਬੇਟ ਚੱਲੇ ਇਹ ਬਹੁਤ ਵਧੀਆ ਤਰੀਕੇ ਚੱਲੇ, ਸਿਆਣਿਆਂ ਮੰਗ ਚੱਲੇ। ਸੋ ਮਲਹੋਤਰਾ ਜੀ ਨੇ ਬਹੁਤ ਵਧੀਆ ਦੱਸਿਆ ਕਿ 28 ਰੁਪਏ ਅਸੀਂ ਜਿਹੜਾ ਹੈਗਾ ਉਹ ਰੇਤਾ ਦੇਵਾਂਗੇ, ਪਰ ਗੱਲ ਕੀ ਹੈ ਕਿ 28 ਰੁਪਏ ਜਿਹੜਾ ਰੇਤਾ ਹੈਗਾ ਸਰਕਾਰ ਵੇਚੂ। ਜਿੰਨਾ ਇਸ ਤੋਂ ਪਹਿਲਾਂ ਮਾਈਨਿੰਗ ਕਰਨਾਲ ਤੋਂ ਜਮਨਾ ਤੋਂ ਹੁੰਦੀ ਹੈ ਉਹ 36 ਰੁਪਏ ਨੂੰ ਉੱਥੋਂ ਆਉਂਦਾ ਰੇਤਾ, 36 ਰੁਪਏ ਨੂੰ ਮਤਲਬ ਪਹੁੰਚ ਹੁੰਦੀ ਹੈ। ਹੁਣ ਮੈਨੂੰ ਸਾਨੂੰ ਇਹ ਸਰਕਾਰ ਇਹ ਦੱਸੇ ਕਿ ਜਿਹੜਾ ਰੇਤਾ ਤੁਸੀਂ 28 ਰੁਪਏ ਨੂੰ ਹੈ ਇਹਦੇ ਲੋਕਾਂ ਤੱਕ ਕੀ ਰੇਟ ਪਹੁੰਚ ਹੋਊਗਾ। ਤੁਸੀਂ 28 ਰੁਪਏ ਨੂੰ ਤਾਂ ਦਿਓਗਾ ਨਾ, ਇਹਦੇ ਉੱਤੇ ਟਰਾਂਸਪੋਰਟੇਸ਼ਨ ਦਾ ਖਰਚਾ ਕੀ ਆਊਗਾ, ਇਹ ਲੋਕਾਂ ਨੂੰ ਕੀ ਭਾਅ ਮਿਲੂਗਾ। ਇਹ ਮਤਲਬ ਲੋਕ ਇਹ ਮੰਗ ਰਹੇ ਨੇ, ਕਿਉਂਕਿ ਲੋਕਾਂ ਦਾ ਸਾਲ ਹੋ ਗਿਆ ਦੇਖਦਿਆਂ ਨੂੰ ਕਿ ਕਿਸੇ ਨੇ ਮਕਾਨ ਪਾਉਣਾ ਹੈ, ਕਿਸੇ ਨੇ ਬਾਥਰੂਮ ਬਣਾਉਣਾ ਹੈ, ਕਿਸੇ ਨੇ ਕੁਛ ਕਰਨਾ, ਕਿਸੇ ਨੇ ਕੁਛ ਕਰਨਾ ਹੈ। ਇਹ ਰੇਤੇ ਕਰਕੇ ਹੀ ਸਾਰੇ ਕੰਮ, ਮੇਰਾ ਖਿਆਲ ਹੈ ਤਕਰੀਬਨ 65% ਕੰਮ ਨੇ ਜਿਹੜੇ ਉਹ ਬੰਦ ਪਏ। ਔਰ ਇਹੀ ਪਤਾ ਕਰਨ ਵਾਸਤੇ ਠੀਕ ਹੈ ਮੱਖਣ ਜੀ, ਵਾਪਸ ਆਵਾਂਗੇ ਤੁਹਾਡੇ ਕੋਲ, ਅਸੀਂ ਦੁਬਾਰਾ ਆਵਾਂਗੇ, ਤੁਸੀਂ 2 ਮਿੰਟ ਦਾ ਸਮਾਂ ਦਿਓ। ਸਾਡੇ ਹੋਰ ਜਿਹੜੇ ਬੁਲਾਰੇ ਅੱਜ ਜੁੜੇ ਨੇ ਵੱਖ-ਵੱਖ ਪਾਰਟੀਆਂ ਤੋਂ, ਭਾਰਤੀ ਜਨਤਾ ਪਾਰਟੀ ਤੋਂ ਚੇਤਨ ਜੋਸ਼ੀ ਜੀ ਜੁੜੇ ਨੇ। ਜੋਸ਼ੀ, ਸਵਾਗਤ ਕਰਦੇ ਹਾਂ ਤੁਹਾਡਾ ਇੰਡੀਆ ਨਿਊਜ਼ ਪੰਜਾਬ ਦੇ ਇਸ ਡਿਬੇਟ ਪੈਨਲ ਦੇ ਵਿੱਚ। ਤੇ ਸੁਖਬੀਰ ਮਾਨਾਵਾਲੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਬੁਲਾਰੇ ਰਹਿਣਗੇ ਅੱਜ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਇਸ ਡਿਬੇਟ ਪੈਨਲ ਦੇ ਵਿੱਚ। ਸੋ ਰਮਨਦੀਪ ਸਿੰਘ ਰਾਣਾ ਸ਼੍ਰੋਮਣੀ ਅਕਾਲੀ ਦਲ ਤੋਂ, ਮਾਫ ਕਰਨਾ, ਸ਼੍ਰੋਮਣੀ ਅਕਾਲੀ ਦਲ ਤੋਂ ਰਾਣਾ ਜੀ ਵੀ ਸਾਡੇ ਨਾਲ ਇਸ ਡਿਬੇਟ ਪੈਨਲ ਦਾ ਹਿੱਸਾ ਰਹਿਣਗੇ, ਉਹਨਾਂ ਤੋਂ ਵੀ ਸਵਾਲ ਜਵਾਬ ਕਰਾਂਗੇ। ਮੱਖਣ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਤੇ ਉਸ ਤੋਂ ਬਾਅਦ ਮੈਂ ਭਾਰਤੀ ਜਨਤਾ ਪਾਰਟੀ ਕੋਲ ਜਾਣਾ ਜੀ। ਹਾਂਜੀ, ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਮੈਂ ਤਾਂ ਇਹੀ ਮਲਹੋਤਰਾ ਸਾਹਿਬ ਨੇ ਇਹ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ 28 ਰੁਪਏ ਰੇਟ ਖੋਲਤਾ ਕਿ 28 ਰੁਪਏ ਨੂੰ ਮਿਲੂਗਾ ਜਾਂ 28 ਰੁਪਏ ਦੇ ਉੱਤੇ ਖਰਚਾ ਪਊਗਾ। ਇੱਕ ਦੂਜੀ ਗੱਲ ਮੈਂ ਗੱਲ ਕਰਨੀ ਆ ਬਹੁਤ ਜ਼ਰੂਰੀ ਕਿ ਅਸੀਂ ਪਿਛਲੀਆਂ ਸਰਕਾਰਾਂ ਦੇ ਵਿੱਚ ਰਾਏ ਦਿੱਤੀ ਸੀਗੀ ਪਰ ਸਾਡੀ ਰਾਏ ਨੂੰ ਮੰਨਿਆ ਨਹੀਂ ਗਿਆ ਹੈਗਾ, ਉਹਦਾ ਕਾਰਨ ਸੀਗਾ ਉਹ ਵੀ ਮੈਂ ਤੁਹਾਨੂੰ ਦੱਸੂਗਾ। ਮੇਰੇ ਲਈ ਟਾਈਮ ਜ਼ਰੂਰ ਸਪੈਸ਼ਲ ਰੱਖਿਓ ਕਿਉਂਕਿ ਇਹ ਬਹੁਤ ਵੱਡੀ
ਇਹ ਬਹੁਤ ਵੱਡੀ ਗੱਲ ਹੈ। ਪੰਜਾਬ ਦੇ ਵਿੱਚ 5 ਦਰਿਆਵਾਂ ਦੀ ਧਰਤੀ ਪੰਜਾਬ, ਜਿੱਥੇ 5 ਦਰਿਆ ਵਸਦੇ ਨੇ, ਔਰ 5 ਦਰਿਆਵਾਂ ਦੇ ਵਿੱਚ ਇੱਕ ਸਾਡੇ ਕੋਲ ਇੱਕ ਸਾਡਾ ਜ਼ਖੀਰਾ ਜਿਹੜਾ ਹੈ ਉਹ ਆਉਂਦਾ ਹੈ। ਕਿਸੇ ਵੀ ਸਟੇਟ ਦੇ ਵਿੱਚ ਜੇ ਕੋਲਾ ਹੈ ਤਾਂ ਉਹ ਵਿਕਦਾ ਹੈ, ਜੇ ਕਿਸੇ ਸਟੇਟ ਦੇ ਵਿੱਚ ਪੱਥਰ ਹੈ ਤਾਂ ਉਹ ਵਿਕਦਾ ਹੈ, ਜੇ ਕਿਸੇ ਦੇ ਹੋਰ ਮਾਈਨ ਹੁੰਦੀ ਆ ਤਾਂ ਵਿਕਦੀ ਹੈ। ਪਰ ਪੰਜਾਬ ਦੀ ਧਰਤੀ ਦੇ ਵਿੱਚ 2 ਚੀਜ਼ਾਂ ਨੇ, ਪਾਣੀ ਤੇ ਇੱਕ ਰੇਤਾ। ਇਹ ਦੋਹੇ ਚੀਜ਼ਾਂ ਨੇ ਜਿਹੜੀਆਂ ਫ੍ਰੀ ਜਾ ਰਹੀਆਂ ਨੇ। ਇੱਕ ਰਾਜਸਥਾਨ ਨੂੰ ਜਾ ਰਹੀ ਆ ਤੇ ਜਿਹੜਾ ਰੇਤਾ ਇਹ ਹਰਿਆਣੇ ਨੂੰ ਵੀ ਜਾ ਰਿਹਾ ਸੀਗਾ। ਤੇ ਇਹਦੇ ਵਿੱਚ ਹੁਣ ਜਦੋਂ ਦੀਆਂ ਇਹ ਸਰਕਾਰਾਂ ਬਣੀਆਂ ਜਾਂ ਜਿਵੇਂ ਵੀ ਇਹਨਾਂ ਨੇ ਮਾਫੀਆ ਨੇ ਜੋ ਕੰਮ ਕੀਤਾ, ਉਹਨਾਂ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ, ਪਿਛਲੀਆਂ ਸਰਕਾਰਾਂ ਬਾਰੇ ਤਾਂ ਮੈਂ ਕਹਿਣਾ ਸੁਣਨੇ ਨਹੀਂ ਕੁਝ ਚਾਹੁੰਦਾ ਹੈਗਾ, ਕਿਉਂਕਿ ਉਹਨਾਂ ਨੇ ਤਾਂ ਜੋ ਕੰਮ ਕੀਤਾ, ਔਰ ਉਹ ਕੰਮ ਉਹਨਾਂ ਨੇ ਜਿਹੜਾ ਕੀਤਾ ਪਰ ਮਲਹੋਤਰਾ ਸਾਹਿਬ ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਦਾ, ਕੁਛ ਬੰਦੇ ਤੁਹਾਡੇ ਵੀ ਉਹਨਾਂ ਦੇ ਨਾਲ ਪੁਰਾਣੇ ਸਾਥੀਆਂ ਦੇ ਨਾਲ ਜੁੜੇ ਹੋਏ ਨੇ। ਹੁਣ ਉਹਨਾਂ ਨੂੰ ਵੀ ਤਕਰੀਬਨ ਪਾਈਪਲਾਈਨ 'ਚ ਰੱਖਿਓ। ਬਾਕੀ ਸਮੇਂ-ਸਮੇਂ ਆਫ ਦਾ ਰਿਕਾਰਡ ਤੁਹਾਨੂੰ ਦੱਸਦੇ ਰਹਾਂਗੇ ਵੀ ਕਿਹੜੇ ਤੁਹਾਡੇ ਹੁਣ ਇਸ ਟਾਈਮ ਇਨਵੋਲਵ ਹੋ ਚੁੱਕੇ ਨੇ। ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਰੈਫਰੈਂਸ ਦੇ ਦੇਣਾ ਚਾਹੁੰਦਾ। ਉਹਨਾਂ ਦੇ ਵਿੱਚੋਂ ਕਈ ਬੰਦੇ ਬਾਹਰ ਭੱਜੇ ਹੋਏ ਨੇ। ਜਿਹੜੇ ਬਾਹਰ ਭੱਜੇ ਹੋਏ ਨੇ ਉਹ ਆਪਣਾ ਕਾਰੋਬਾਰ ਬਾਹਰ ਬੈਠੇ ਇੱਥੇ ਵਾਲੇ ਬੰਦਿਆਂ ਨਾਲ ਰਲ ਕੇ ਚਲਾ ਰਹੇ ਨੇ। ਧਿਆਨ ਰੱਖਿਓ ਇਸ ਗੱਲ ਦਾ। ਅੱਗੇ ਜੀ ਤੁਸੀਂ ਇਹਨਾਂ ਤੋਂ ਕਿਸੇ ਆਪਣੇ ਬਾਕੀ ਦੀਆਂ ਪਾਰਟੀਆਂ ਤੋਂ ਪੁੱਛੋ, ਮੈਨੂੰ ਟਾਈਮ ਜ਼ਰੂਰ ਦਿਓ। ਠੀਕ ਹੈ ਚੇਤਨ ਜੀ, ਜੋਸ਼ੀ ਜੀ, ਤੁਸੀਂ ਕਿੱਦਾਂ ਦੇਖਦੇ ਹੋ? ਪੰਜਾਬ ਸਰਕਾਰ ਨੇ ਜਿਹੜਾ ਦਾਅਵਾ ਕੀਤਾ ਹੈ, ਰੇਤੇ ਦਾ ਮਸਲਾ ਹੈਗਾ, ਵੱਡਾ ਮਸਲਾ ਹੈਗਾ ਪੰਜਾਬ ਦਾ, ਕਿਉਂਕਿ ਜੇਕਰ ਪਹਿਲੇ ਨੰਬਰ ਤੇ ਬੇਅਦਬੀ ਜਾਂ ਨਸ਼ੇ ਦੇ ਮੁੱਦੇ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਜਿਹੜਾ ਅਹਿਮ ਮੁੱਦਾ ਹੈ ਪੰਜਾਬ ਦੇ ਵਿੱਚ ਤਾਂ ਉਹ ਰੇਤੇ ਦਾ ਹੈਗਾ, ਕਿਉਂਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਚੱਲ ਰਿਹਾ, ਹਰੇਕ ਆਮ ਵਿਅਕਤੀ ਤਾਂ ਉੱਪਰੋਂ ਰੇਤਾ ਮਹਿੰਗਾ ਸੀਗਾ। ਤਾਂ ਪੰਜਾਬ ਸਰਕਾਰ ਨੇ ਲੋਕਾਂ ਨੂੰ ਇਹ ਜਵਾਬ ਦਿੱਤਾ ਹੈ ਕਿ ਤੁਸੀਂ ਸਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਤਾਂ ਅਸੀਂ ਤੁਹਾਡੇ ਹੱਕ ਦੇ ਵਿੱਚ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ। ਕੀ ਕਹੋਗੇ ਚੇਤਨ ਜੀ? ਪਹਿਲੀ ਗੱਲ ਤੇ ਫੈਸਲਾ ਹੀ ਬੜਾ ਗਲਤ ਆ ਜੀ। ਤੁਸੀਂ ਰੇਟ ਦੇਖੋ ਪਿੱਛੇ ਦਾ ਪਿੱਛੇ ਗਿਆ। ਆਮ ਆਦਮੀ ਪਾਰਟੀ ਨੇ ਜਿਹੜਾ ਇੱਕ ਢੋਂਗ ਰਚਿਆ ਹੋਇਆ ਨਾ ਜਦੋਂ ਦੇ ਸਰਕਾਰ ਦੇ ਵਿੱਚ ਆਏ ਨੇ, ਔਰ ਉਸ ਤੋਂ ਬਾਅਦ ਇਹਨਾਂ ਨੇ ਜਿੰਨਾ ਵੀ ਕੰਮ ਕੀਤਾ, ਪਤਾ ਨਹੀਂ ਇਹਨਾਂ ਦੇ ਐਡਵਾਈਜ਼ਰ ਕੌਣ ਨੇ, ਬੜੀ ਇਮੈਚੁਰਿਟੀ ਨਾਲ ਪੇਸ਼ ਕੀਤੀ ਹਰ ਇੱਕ ਚੀਜ਼ ਨੂੰ। ਹੁਣ ਤੱਕ ਜਿਹੜੀਆਂ ਚੀਜ਼ਾਂ ਵੀ ਇਹਨਾਂ ਨੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ, ਹਰ ਇੱਕ ਦੇ ਵਿੱਚੋਂ ਜਾਂ ਤੇ ਇਹਨਾਂ ਨੇ ਪਾਲਿਸੀਆਂ ਵਾਪਸ ਲੈ ਲਈਆਂ ਜਾਂ ਫਿਰ ਇੱਕਦਮ ਸਿਸਟਮ ਇਹਨਾਂ ਇਨਸਿਕਿਉਰ ਨਜ਼ਰ ਆਇਆ। ਚਾਹੇ ਉਹ ਝੋਨੇ ਦੀ ਚੁਕਾਈ ਦਾ ਹੋਵੇ, ਤੁਸੀਂ ਦੇਖੋ ਜਦੋਂ ਝੋਨੇ ਦੀ ਚੁਕਾਈ ਕਰਨੀ ਸੀ ਇਹਨਾਂ ਨੇ ਕਿਹਾ ਸੀਗਾ ਕਿ ਨੈਵੀਗੇਸ਼ਨ ਕਰਨੇ ਚਾਹੀਦੇ ਆ, ਇੰਨੇ ਸਾਲ ਤੋਂ ਪੁਰਾਣੀ ਗੱਡੀ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਆਨਲਾਈਨ ਪਾਸ ਕੱਟਣੇ ਚਾਹੀਦੇ, ਬਾਅਦ ਚੋਂ ਇਹਨਾਂ ਨੂੰ ਪਾਲਿਸੀ ਵਾਪਸ ਲੈਣੀ ਪੈਗੀ। ਤੁਸੀਂ ਨਾ ਧਿਆਨ ਨਾਲ ਦੇਖੋ, ਇਹ ਨਾ ਇੱਕ ਐਕਸਪੈਰੀਮੈਂਟ ਕਰਦੇ ਪਏ ਨੇ। ਐਕਸਪੈਰੀਮੈਂਟ ਕਦੀ ਮੈਚੁਰ ਸਰਕਾਰਾਂ ਨਹੀਂ ਕਰਦੀਆਂ ਹੁੰਦੀਆਂ। ਐਕਸਪੈਰੀਮੈਂਟ ਲੈਬੋਰਟਰੀਜ਼ 'ਚ ਹੁੰਦੇ ਨੇ, ਛੋਟੇ-ਮੋਟੇ ਦਫ਼ਤਰ 'ਚ ਹੁੰਦੇ ਨੇ। ਸਟੇਟ ਦੇ ਉੱਤੇ ਕਦੀ ਐਕਸਪੈਰੀਮੈਂਟ ਨਹੀਂ ਕਰੀਦਾ ਜਦ ਤੱਕ ਤੁਹਾਨੂੰ ਉਹਦੇ ਬਾਰੇ ਪਤਾ ਨਾ ਹੋਵੇ। ਮਾਈਨਿੰਗ ਪਾਲਿਸੀ ਦੀ ਗੱਲ ਕਰਦੇ ਪਏ, ਰੇਤਾ ਦਾ ਰੇਟ ਦੇਖੋ ਕਿੱਥੇ ਜਾ ਰਿਹਾ। ਇਸ ਤੋਂ ਇਲਾਵਾ ਉਹਨਾਂ ਥਾਵਾਂ ਦੀ ਮਾਈਨਿੰਗ ਦੀ ਕੀ ਗੱਲ ਕਰੋਗੇ ਜਿੱਥੇ ਅਜੇ ਤੱਕ ਮਾਈਨਿੰਗ ਹੁੰਦੀ ਪਈ ਹੈ। ਫੋਰ ਐਗਜ਼ਾਮਪਲ ਧਾਰੀਵਾਲ ਦੀ ਉੱਪਰ ਬਾਰੀ ਦਵਾਬ ਨਹਿਰ। ਪਹਿਲਾਂ ਸਮੇਂ 'ਚ ਕੀ ਹੁੰਦਾ ਸੀਗਾ ਕਿ ਜਿਹੜੀ ਦਰ ਹੁੰਦੇ ਸੀ ਨਾ, ਜਦੋਂ ਨਹਿਰਾਂ ਚੱਲਦੀਆਂ ਸੀ ਉੱਤਰੇ ਤੋਂ ਥੱਲੇ ਲੈਵਲ ਤੇ, ਥੱਲੇ ਤੋਂ ਫਿਰ ਥੱਲੇ ਲੈਵਲ ਤੇ ਜਾਂਦੀਆਂ ਸੀਗੀਆਂ, ਤੇ ਉਹਨਾਂ ਦੇ ਪਾਣੀ ਨੂੰ ਡੱਕਣ ਵਾਸਤੇ, ਕੰਟਰੋਲ ਕਰਨ ਵਾਸਤੇ ਲੱਕੜ ਦੇ ਪਹਿਲਾਂ ਦਰ ਬਣਾਏ ਜਾਂਦੇ ਸੀਗੇ। ਉਹ ਜਦੋਂ ਲੱਕੜ ਦੇ ਦਰ ਲਾਏ ਜਾਂਦੇ ਸੀਗੇ ਨਾ, ਤੇ ਜਿਹੜੀ ਰੇਤਾ ਹੈਗੀ ਆ ਉਹ ਪਿੱਛੇ ਰੁਕ ਜਾਂਦੀ ਸੀਗੀ ਤੇ ਅੱਗੇ ਪਾਣੀ ਨਿਕਲਦਾ ਹੁੰਦਾ ਸੀਗਾ। ਹੁਣ ਬਣ ਗਏ ਨੇ ਲੋਹੇ ਵਾਲੇ ਗੇਟ। ਉਹ ਜਦੋਂ ਲੋਹੇ ਵਾਲੇ ਗੇਟ ਤਾਂ ਚੁੱਕਦੇ ਨੇ ਤੇ ਪਾਣੀ ਦੇ ਨਾਲ ਰੇਤਾ ਨਿਕਲ ਜਾਂਦੀ ਹੈ ਤੇ ਰੇਤਾ ਕਈ ਕਿਲੋਮੀਟਰਾਂ ਤੱਕ ਚੱਲ ਜਾਂਦੀ ਆ, ਔਰ ਕਿਤੇ ਨਾ ਕਿਤੇ ਜਾ ਕੇ ਰੇਤਾ ਜਿੱਥੇ ਟਿਕਾ ਮਿਲਦਾ ਪਰ ਰੇਤਾ ਇਕੱਠੀ ਹੋ ਜਾਂਦੀ ਹੈ। ਉਹਦੇ ਤੱਕ ਇਹਨਾਂ ਜਗ੍ਹਾ ਆਇਡੈਂਟੀਫਾਈ ਕੀਤੀਆਂ ਹੀ ਨਹੀਂ। ਮੇਰੀ ਗੱਲ ਤੁਸੀਂ ਸਮਝੇ ਮੈਂ ਜਿੱਥੋਂ ਬੋਲ ਰਿਹਾ? ਉਹ ਚੀਜ਼ਾਂ ਜਿਹੜੀਆਂ ਚੀਜ਼ਾਂ ਕਿ ਇਲੀਗਲ ਤੌਰ ਦੇ ਉੱਤੇ ਚੱਲਦੀਆਂ ਪਈਆਂ ਨੇ, ਜਿਹਦੇ ਬਾਰੇ ਅਜੇ ਤੱਕ ਮੈਨੂੰ ਲੱਗਦਾ ਆਨਰੇਬਲ ਮਲਹੋਤਰਾ ਸਾਹਿਬ ਨੂੰ ਵੀ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਹੋਏਗੀ ਕਿ ਜਿਸ ਟੌਪਿਕ ਦੇ ਉੱਤੇ ਗੱਲ ਕਰਦੇ ਪਏ ਨੇ, ਕਿਉਂਕਿ ਉਹ ਰੇਤਾ ਵਾ ਜਿਹੜੀਆਂ ਅਜੇ ਤੱਕ ਥਾਵਾਂ ਆਇਡੈਂਟੀਫਾਈ ਨਹੀਂ ਹੋ ਸਕਦੀਆਂ, ਕਿਉਂਕਿ ਉਹ ਰੇਤਾ ਇਕੱਠੀਆਂ ਹੁੰਦੀਆਂ ਨੇ ਪਾਣੀ ਦੇ ਬਹਾਵ ਦੇ ਨਾਲ। ਪਾਣੀ ਦੇ ਬਹਾਵ ਨੇ ਕਿੱਥੇ ਜਾ ਕੇ ਕਿਹੜਾ ਟਿੱਲਾ ਖੜਾ ਕਰ ਦੇਣਾ ਵਾ, ਔਰ ਉੱਥੇ ਅਜੇ ਵੀ ਮਾਈਨਿੰਗ ਹੁੰਦੀ ਹੈ, ਕਿੰਨਾ ਦੀ ਮਰਜ਼ੀ ਨਾਲ ਹੁੰਦੀ ਹੈ। ਤੁਸੀਂ ਆਪਣੀ ਜਿਹੜੀ ਹੈਗੀ ਹੈ ਟੀਮ ਦੇ ਰਾਹੀਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਦੂਸਰੀ ਚੀਜ਼, ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਹਿਡਨ ਮਾਈਨਿੰਗ। ਉਹ ਹਿਡਨ ਮਾਈਨਿੰਗ ਹੁੰਦੀ ਜੰਗਲਾਤ ਮਹਿਕਮੇ ਦੇ ਵਿੱਚ। ਹੁਣ ਤੁਸੀਂ ਬੜੇ ਹੈਰਾਨ ਹੋ ਜਾਓਗੇ ਕਿ ਨਹਿਰਾਂ ਤੋਂ ਅਸੀਂ ਜੰਗਲਾਤ ਮਹਿਕਮੇ ਵੱਲ ਕਿੱਦਾਂ ਤੋਂ ਰਹੇ ਹਾਂ। ਜੰਗਲਾਤ ਮਹਿਕਮੇ ਦੇ ਵਿੱਚ ਜਿਹੜੇ ਵੱਡੇ ਵੱਡੇ ਪਹਾੜ ਹੁੰਦੇ ਨੇ ਨਾ, ਪਹਾੜ ਜਦੋਂ ਬਰਸਾਤਾਂ ਹੁੰਦੀਆਂ ਨੇ ਤਾਂ ਪੱਥਰ ਰੋੜ ਕੇ ਲਿਆਉਂਦੀਆਂ ਜੀ। ਉਹ ਪੱਥਰ ਰੋੜ ਕੇ ਆਉਂਦੇ ਨੇ ਤੇ ਉਹ ਪੱਥਰ ਕਿਸੇ ਗਿਣਤੀ 'ਚ ਨਹੀਂ ਹੁੰਦੇ ਜਿਹੜੇ ਕਿ ਕ੍ਰਸ਼ਰਾਂ ਦੇ ਵਿੱਚ ਜਾ ਕੇ ਕ੍ਰਸ਼ ਹੁੰਦੇ ਨੇ, ਔਰ ਉਹ ਪੁੱਟੇ ਜਾਂਦੇ ਨੇ ਜਦ ਕਿ ਉੱਥੇ ਦਫਾ ਲੱਗੀ ਹੁੰਦੀ ਹੈ ਉਸ ਜ਼ਮੀਨ ਦੇ ਉੱਤੇ। ਲੇਕਿਨ ਹੁੰਦਾ ਕੀ ਆ ਕਿ ਜਦੋਂ ਉਹ ਪੱਥਰ ਪੁੱਟੇ ਜਾਂਦੇ ਨੇ ਅਗਲੇ ਸਾਲ ਦੀ ਬਰਸਾਤ ਦੇ ਨਾਲ ਫਿਰ ਉੜਦੇ ਰੁੜਦੇ ਪੱਥਰ ਉੱਥੇ ਆ ਜਾਂਦੇ ਨੇ। ਇਹ ਇੱਕ ਪ੍ਰੈਕਟੀਕਲ ਸਟੇਟਮੈਂਟ ਵਾਲੀ ਤੁਹਾਨੂੰ ਮੈਂ ਗੱਲ ਦੱਸਦਾ ਪਿਆ, ਜਿਹੜਾ ਕਿ ਐਕਚੁਅਲ ਹੁੰਦਾ ਪਿਆ ਵਾ। ਇਹਨਾਂ ਨੇ ਹੁਣ ਰੇਤਾ ਦੀ ਜਿਹੜੀ ਮਾਈਨਿੰਗ ਦੀ ਪਾਲਿਸੀ ਲੈ ਕੇ ਆਂਦੀ ਆਮ ਆਦਮੀ ਪਾਰਟੀ ਨੇ। ਦੇਖੋ
ਕੋਈ ਵੀ ਸਰਕਾਰ ਆਉਂਦੀ ਹੈ ਉਹਦਾ ਪਹਿਲਾ ਕੰਮ ਹੁੰਦਾ ਅਸੀਂ ਜੀ ਆਪਣੀ ਜਨਤਾ ਦੀ ਸਹੂਲੀਅਤ ਵਾਸਤੇ ਕਦਮ ਚੁੱਕੀਏ। ਆਮ ਆਦਮੀ ਪਾਰਟੀ ਵੀ ਇਹੋ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਤਜਰਬਾ ਕਿੱਥੇ ਨਹੀਂ ਹੈਗਾ ਇਹਨਾਂ ਕੋਲ। ਇੱਥੇ ਇਹ ਨਹੀਂ ਆਇਡੈਂਟੀਫਾਈ ਕਰ ਰਹੇ ਪਏ ਕਿ ਲੋਕਾਂ ਨੂੰ ਰੇਤਾ ਦੇਣੀ ਕਿੰਨੇ ਰੁਪਏ ਹੈ। ਤੁਸੀਂ ਅੱਛਾ ਰੇਤਾ ਮਲਹੋਤਰਾ ਦਾ ਜੀ ਰੇਟ ਤੋਂ ਦੇਖੋ। ਸਵਾਲ ਲੈ ਲਵਾਂ ਮੈਂ। ਦੋ ਸਵਾਲ ਉੱਠਦੇ ਨੇ, ਦੋ ਬੁਲਾਰਿਆਂ ਨਾਲ ਅਸੀਂ ਗੱਲਬਾਤ ਕੀਤੀ ਹੈ। ਮੱਖਣ ਜੀ ਨੇ ਗੱਲ ਕੀਤੀ ਹੈ ਵੀ ਹਜੇ ਵੀ ਉਹਲੇ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ ਕੁਝ ਲੋਕ ਜਿਹੜੇ ਇੱਥੇ ਕੁਝ ਪਾਰਟੀ ਦੇ ਨਾਲ ਜੁੜੇ ਹੋਏ ਜਾਂ ਫਿਰ ਕੁਝ ਲੋਕਾਂ ਦੇ ਨਾਲ ਮਿਲ ਕੇ ਗਲਤ ਕੰਮ ਕਰ ਰਹੇ ਨੇ। ਦੂਜੇ ਨੰਬਰ ਤੇ ਜੋਸ਼ੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਹਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਮਾਈਨਿੰਗ ਜਾਰੀ ਹੈਗੀ ਹੈ। ਸੋ ਸਵਾਲ ਤਾਂ ਵੱਡੇ ਉੱਠਦੇ ਨੇ, ਪਰੰਤੂ ਹਰਜੋਤ ਬੈਂਸ ਜੀ ਨੇ ਕਲੀਅਰ ਕੀਤਾ ਹੈ ਕਿ ਜਿਹੜਾ ਮਾਈਨਿੰਗ ਮਾਫੀਆ ਉਹਨੂੰ ਅਸੀਂ ਖਤਮ ਕਰਕੇ ਦਮ ਲਾਵਾਂਗੇ। ਇਟ ਮੀਨਸ ਉਹ ਵੀ ਮੰਨਦੇ ਨੇ ਕਿ ਮਾਈਨਿੰਗ ਹਜੇ ਜਾਰੀ ਹੈਗੀ ਆ, ਮਾਫੀਆ ਹਜੇ ਵੀ ਭਾਰੂ ਹੈਗਾ। ਦੇਖੋ ਅਰੁਣ ਜੀ, ਜਦੋਂ ਕਿਸੇ ਸਮਾਜ ਦੇ ਵਿੱਚ ਇਸ ਲੈਵਲ ਤੇ ਮਾਫੀਆ ਜ਼ੋਨ ਜਿਸ ਲੈਵਲ ਤੇ ਪੰਜਾਬ ਵਿੱਚ ਸੀਗੇ, ਜਿੱਥੇ ਸਰਕਾਰ ਵਿੱਚ ਬੈਠੇ ਲੋਕ ਆਪ ਮਾਫੀਆ ਚਲਾਉਂਦੇ ਹੋਣ, ਸੋ ਸੁਭਾਵਿਕ ਹੈ ਕਿ ਉਹਨਾਂ ਮਾਫੀਆਜ਼ ਦੀਆਂ ਜੜ੍ਹਾਂ ਜਿਹੜੀਆਂ ਬਹੁਤ ਡੂੰਘੀਆਂ ਹੋਣਗੀਆਂ ਔਰ ਉਹਨਾਂ ਤੇ ਜਦੋਂ ਕੰਟਰੋਲ ਕਰਨਾ ਹੈ ਤਾਂ ਉਸ 'ਚ ਸਮਾਂ ਲੱਗਦਾ ਹੈਗਾ। ਪਰ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਹੈਗਾ, ਭ੍ਰਸ਼ਟਾਚਾਰ 'ਚ ਬਹੁਤ ਜ਼ਿਆਦਾ ਫਰਕ ਪਿਆ ਹੈ। ਤੁਸੀਂ ਦੇਖਿਆ ਸ਼ਰਾਬ ਮਾਫੀਆ ਤੇ ਕਿੰਨਾ ਫਰਕ ਪਿਆ, ਟਰਾਂਸਪੋਰਟ ਮਾਫੀਆ ਤੇ ਕਿੰਨਾ ਫਰਕ ਪਿਆ ਹੈਗਾ। ਇਹਨਾਂ ਸਾਰੇ ਡਿਪਾਰਟਮੈਂਟਸ ਦੀ ਜਿਹੜੀ ਕਲੈਕਸ਼ਨ ਹੈਗੀ ਹੈ, ਰੈਵਨਿਊ ਹੈਗਾ, ਕਾਫੀ ਜ਼ਿਆਦਾ ਵੱਧ ਗਿਆ ਹੈਗਾ ਸਰਕਾਰ ਦਾ। ਸੋ ਇਸੇ ਤਰੀਕੇ ਨਾਲ ਰੇਤ ਮਾਫੀਆ ਤੇ ਵੀ 90% ਤੋਂ ਉੱਤੇ ਤਾਂ ਵੀ ਕੈਨ ਗਾਰੰਟੀ ਕਿ ਉਸ 'ਚ ਰੋਕ ਲੱਗ ਚੁੱਕੀ ਹੈ ਜਿਹੜੀ ਇਲੀਗਲ ਮਾਈਨਿੰਗ ਹੈ। ਪਰ ਕੁਝ ਲੋਕ ਢੀਠ ਹੁੰਦੇ ਨੇ, ਜਦ ਤੱਕ ਉਹਨਾਂ ਨੂੰ ਮਾਰ ਨਹੀਂ ਪੈਂਦੀ, ਜਦ ਤੱਕ ਉਹ ਫੜੇ ਨਹੀਂ ਜਾਂਦੇ, ਉਹ ਜਾਰੀ ਰੱਖਦੇ ਹੁੰਦੇ ਨੇ। ਕੁਝ ਇਹੋ ਜਿਹੇ ਲੋਕ ਹੁੰਦੇ ਨੇ, ਸੋ ਉਹਨਾਂ ਤੇ ਕਾਰਵਾਈ ਚੱਲ ਰਹੀ ਹੈਗੀ ਹੈ। ਅੱਛਾ ਮਲਹੋਤਰਾ ਜੀ, ਇੱਕ ਹੋਰ ਸਵਾਲ ਹੈ, ਤੁਸੀਂ ਮੰਨਦੇ ਹੋ ਕਿ ਹਜੇ ਵੀ ਉਹਨਾਂ ਦਾ ਪ੍ਰਭਾਵ ਹੈਗਾ? ਉਹਨਾਂ 'ਚ ਬਹੁਤ ਵੱਡੇ ਲੈਵਲ ਦੇ ਲੋਕ ਸ਼ਾਮਲ ਨੇ ਜਿਹੜੇ ਪਿਛਲੀ ਸਰਕਾਰਾਂ ਦੇ ਸਮੇਂ ਤੁਸੀਂ ਦੋਸ਼ ਲਗਾ ਰਹੇ ਹੋ, ਪਿਛਲੀ ਸਰਕਾਰਾਂ ਸਮੇਂ ਮੰਤਰੀਆਂ ਨਾਲ ਕਥਿਤ ਤੌਰ ਤੇ ਮਿਲੇ ਹੋਏ ਸੀ। ਉਹਨਾਂ ਦਾ ਅੱਜ ਵੀ ਪ੍ਰਭਾਵ ਹੈਗਾ ਕਿ ਉਹਨਾਂ ਦੇ ਗਿਰੀਬਾਨ ਤੱਕ ਹੱਥ ਪਹੁੰਚੇਗਾ ਸਰਕਾਰ ਦਾ? ਬਿਲਕੁਲ ਬਿਲਕੁਲ। ਦੇਖੋ ਅਰੁਣ ਜੀ, ਸਾਡੀ ਸਰਕਾਰ ਵਿੱਚ ਚਾਹੇ ਕੋਈ ਵੱਡਾ ਹੋਏ ਚਾਹੇ ਕੋਈ ਛੋਟਾ ਹੋਏ, ਸਭ ਨੂੰ ਕਾਨੂੰਨ ਬਰਾਬਰ ਤਰੀਕੇ ਨਾਲ ਟਰੀਟ ਕਰੇਗਾ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਔਰ ਜਿਹੜਾ ਸਰਬਜੀਤ ਜੀ ਨੇ ਕਿਹਾ ਹੈਗਾ ਕਿ ਸਾਡੀ ਸਰਕਾਰ ਦੇ ਵਿੱਚ ਮਿਲ ਕੇ ਅਗਰ ਕੋਈ ਕਰਾ ਰਿਹਾ ਹੈਗਾ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਬੇਸ਼ੱਕ ਆਫ ਦਾ ਰਿਕਾਰਡ ਮੈਨੂੰ ਫੋਨ ਕਰਕੇ ਦੱਸਣ, ਅਸੀਂ ਮੰਤਰੀ ਸਾਹਿਬ ਕੋਲ ਪਹੁੰਚਾਵਾਂਗੇ ਔਰ ਇਹਨਾਂ ਨੂੰ ਨੱਥ ਪਾਵਾਂਗੇ। ਔਰ ਜਿਹੜਾ ਇੱਕ ਚੇਤਨ ਜੀ ਕਹਿ ਰਹੇ ਸੀ ਕਿ ਹਿਡਨ ਮਾਈਨਿੰਗ ਦਾ ਇਸ਼ੂ ਇਹਨਾਂ ਨੇ ਚੱਕਿਆ, ਕਿ ਮੈਂ ਤਾਂ ਸਮਝਦਾ ਕਿ ਵੀ ਰੇਤਾ ਵੀ ਉਸੇ ਤਰੀਕੇ ਨਾਲ ਆਂਦਾ ਜਿਸ ਤਰੀਕੇ ਨਾਲ ਇਹ ਕਹਿੰਦੇ ਕਿ ਵੱਡੇ ਪੱਥਰ ਰੁੜ ਕੇ ਆਂਦੇ ਹੈਗੇ ਆ। ਸੋ ਪਲੀਜ਼ ਰੈਸਟ ਅਸ਼ੋਰਡ ਕਿ ਅਸੀਂ ਸਿਰਫ ਮੈਨੂਅਲ ਜਿਹੜਾ ਹੈ ਕੰਟਰੋਲ ਜਾਂ ਮੋਨੀਟਰਿੰਗ ਨਹੀਂ ਕਰਨੀ, ਅਸੀਂ ਇਸ ਦੇ ਵਿੱਚ ਲੇਟੈਸਟ ਟੈਕਨੋਲੋਜੀ ਲਿਆ ਕੇ, ਚਾਹੇ ਉਹ ਡਰੋਨਸ ਹੋਣ ਜਾਂ ਕੋਈ ਕੈਮਰਾਜ਼ ਹੋਣ ਜਾਂ ਕੁਝ ਵੀ ਹੈ, ਕਿਉਂਕਿ IITs ਨੂੰ ਵਿੱਚ ਇਨਵੋਲਵ ਕੀਤਾ ਗਿਆ, ਉਹਨਾਂ ਨੂੰ ਇਸ ਦੇ ਉੱਤੇ ਟੈਕਨੋਲੋਜੀ ਡਿਵੈਲਪ ਕਰਨ ਦੇ ਲਈ ਕਿਹਾ ਗਿਆ ਹੈਗਾ। ਔਰ ਇਸ ਦੇ ਉੱਤੇ ਅਸੀਂ 100% ਜਿਹੜੀ ਹੈ ਨੱਥ ਪਾ ਕੇ ਰਵਾਂਗੇ, ਪਲੀਜ਼ ਰੈਸਟ ਅਸ਼ੋਰਡ। ਔਰ ਮੱਖਣ ਜੀ ਨੇ ਕਿਹਾ ਸੀਗਾ ਕਿ ਟਰਾਂਸਪੋਰਟ ਦਾ ਜਿਹੜਾ ਖਰਚਾ ਹੈਗਾ, ਦੇਖੋ ਇਹ ਜਿਹੜਾ ਰੇਟ ਹੈਗਾ ਇਹ ਐਕਸ ਡਿਪੋ ਹੈਗਾ, ਜਿੱਥੇ ਵੀ ਡਿਪੂ ਤੋਂ ਤੁਸੀਂ ਖਰੀਦਦੇ ਹੋ ਉਸ ਦੇ ਉੱਤੇ ਜਿਹੜੀ ਲੋਕਲ ਟਰਾਂਸਪੋਰਟ ਪੈਣੀ ਹੈ ਉਹ ਤਾਂ ਫਿਰ ਡਿਸਟੈਂਸ ਦੇ ਹਿਸਾਬ ਤੇ ਹੈ ਕਿ ਵੀ ਕਿੰਨੀ ਕੁ ਦੂਰ ਜਾਣੀ ਹੈ, 1 ਕਿਲੋਮੀਟਰ ਜਾਣੀ ਹੈ ਕਿ 10 ਕਿਲੋਮੀਟਰ ਜਾਣੀ ਹੈ, ਉਹ ਤਾਂ ਸਰ ਫਿਰ ਐਡ ਹੋਣੀ ਹੈਗੀ ਹੈ। ਪਰ ਆਉਣ ਵਾਲੇ ਸਮੇਂ ਵਿੱਚ ਜਦੋਂ ਜਿਸ ਤਰ੍ਹਾਂ ਮੈਂ ਕਿਹਾ ਕਿ ਫਰਵਰੀ ਦੇ ਵਿੱਚ ਨਵੀਂ ਮਾਈਨਿੰਗ ਪਾਲਿਸੀ ਵੀ ਆ ਜਾਏਗੀ, ਹੋਪਫੁਲੀ ਹਾਈ ਕੋਰਟ ਦਾ ਬੈਨ ਵੀ ਹਟ ਜਾਏਗਾ, ਤਾਂ ਉਸ ਟਾਈਮ ਜਿਹੜਾ ਐਕਸ ਡਿਪੂ ਰੇਟ ਹੈਗਾ ਉਹ 15 ਤੋਂ 16 ਰੁਪਏ ਪਰ ਕਿਊਬਿਕ ਫੁੱਟ ਹੋਵੇਗਾ ਜੀ। ਠੀਕ ਹੈ, ਮੈਂ ਕਾਂਗਰਸ ਪਾਰਟੀ ਕੋਲ ਇਹ ਤੋਂ ਪਹਿਲਾਂ ਜਾਵਾਂ। ਮਲਹੋਤਰਾ ਜੀ, ਤੁਹਾਨੂੰ ਮੇਰਾ ਸਵਾਲ ਹੈ, ਪਿਛਲੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਸੀਗੇ ਮੁੱਖ ਮੰਤਰੀ, ਪਰੰਤੂ ਰਹਿੰਦੇ 3 ਮਹੀਨੇ ਚਰਨਜੀਤ ਸਿੰਘ ਚੰਨੀ CM ਰਹੇ। ਉਹਨਾਂ ਨੇ ਦਾਅਵੇ ਕੀਤੇ, ਕਿੰਨੀ ਘੱਟ ਮਾਤਰਾ ਦਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਾਤਾ ਸੀਗਾ ਕਿ ਅਸਲ ਜ਼ਮੀਨੀ ਹਕੀਕਤ ਦੇ ਵਿੱਚ ਉਹ ਲਾਗੂ ਹੋਇਆ ਸੀਗਾ ਉਸ ਸਮੇਂ ਦੌਰਾਨ। ਬੇਸ਼ੱਕ ਬਾਅਦ ਦੇ ਵਿੱਚ ਰੇਟ ਵੱਧ ਗਿਆ, ਜਦੋਂ ਚੰਨੀ ਸਾਹਿਬ CM ਸੀਗੇ ਕਿ ਉਸ ਸਮੇਂ ਉਹ ਲਾਗੂ ਕੀਤਾ ਗਿਆ ਸੀਗਾ। ਮਲਹੋਤਰਾ ਜੀ। ਹਾਂਜੀ ਹਾਂਜੀ, ਦੇਖੋ ਉਸ ਟਾਈਮ ਸਰਕਾਰ ਨੇ ਬਹੁਤ ਸਾਰੀਆਂ ਅਨਾਉਂਸਮੈਂਟਸ ਕੀਤੀਆਂ ਸੀ, ਇਹਨਾਂ ਨੇ 36,000 ਨੌਕਰੀਆਂ ਦੀ ਵੀ ਅਨਾਉਂਸਮੈਂਟ ਕੀਤੀ ਸੀ ਔਰ ਬਹੁਤ ਸਾਰੀਆਂ ਕੀਤੀਆਂ ਸੀ। ਔਰ ਫਿਰ ਬਾਅਦ ਵਿੱਚ ਇਹਨਾਂ ਦਾ ਸ਼ਰੇਆਮ ਆਪਾਂ ਦੇਖਿਆ ਹਰ ਜਗ੍ਹਾ ਮਜ਼ਾਕ ਹੀ ਬਣਿਆ ਸੀਗਾ। ਸੋ ਮੈਨੂੰ ਨਹੀਂ ਲੱਗਦਾ ਕਿ ਉਸ ਟਾਈਮ ਉਹ ਕੋਈ ਜ਼ਮੀਨੀ ਹਕੀਕਤ ਸੀਗੀ, ਉਹ ਸਿਰਫ ਤੇ ਸਿਰਫ ਅਨਾਉਂਸਮੈਂਟ ਸੀਗੀਆਂ। ਔਰ
ਸਿਰਫ ਵੋਟਾਂ ਲੈਣ ਦਾ ਉਹ ਇੱਕ ਤਰੀਕਾ ਸੀਗਾ ਇਹਨਾਂ ਦਾ, ਔਨ ਗਰਾਊਂਡ ਕੁਝ ਵੀ ਲਾਗੂ ਨਹੀਂ ਸੀ ਹੋਇਆ ਜੀ। ਚਲੋ ਠੀਕ ਹੈ, ਆਪਣੇ ਕਾਂਗਰਸ ਪਾਰਟੀ ਤੋਂ ਸੁਖਵੀਰ ਮੰਨਾਵਾਲੀ, ਤੁਹਾਨੂੰ ਸਵਾਗਤ ਵੀ ਕੀਤਾ ਤੁਹਾਡਾ ਇਸ ਡਿਬੇਟ ਪੈਨਲ ਦੇ ਵਿੱਚ, ਤੇ ਮੁਬਾਰਕਬਾਦ ਵੀ ਦੇਣਾ ਚਾਹੁੰਦਾ। ਜਿਹੜੇ ਸਵਾਲ ਉੱਠਦੇ ਸੀਗੇ, ਚੰਨੀ ਸਾਹਿਬ ਵਾਪਸ ਆ ਗਏ ਨੇ ਭਾਰਤ ਦੇ ਵਿੱਚ, ਤੇ ਕਾਂਗਰਸ ਪਾਰਟੀ ਨੂੰ ਹੁਣ ਹੋਰ ਮਜ਼ਬੂਤੀ ਮਿਲੇਗੀ। ਤੇ ਜਿਹੜਾ ਹੁਣ ਮਲਹੋਤਰਾ ਜੀ ਨੇ ਜਿਹੜਾ ਦਾਅਵਾ ਕੀਤਾ ਪਿਛਲੀ ਸਰਕਾਰ ਸਮੇਂ ਕਿ ਮਜ਼ਾਕ ਉੱਡਿਆ ਹੈਗਾ, ਤੁਸੀਂ ਕਿੰਨੇ ਕੁ ਸਹਿਮਤ ਹੈਗੇ ਹੋ? ਕਿਉਂਕਿ ਚੰਨੀ ਸਾਹਿਬ ਨੇ ਬਹੁਤ ਘੱਟ ਰੇਟਾਂ ਵਾਲਾ ਦਾਅਵਾ ਕੀਤਾ ਸੀਗਾ, ਲੋਕਾਂ ਨੂੰ ਖੁਸ਼ੀ ਸੀਗੀ ਕਿ ਵਾਕਈ ਦੇ ਵਿੱਚ ਇਸ ਰੇਟ ਤੇ ਰੇਤਾ ਮਿਲਣ ਲੱਗ ਗਿਆ ਤਾਂ ਬਹੁਤ ਸੌਖੇ ਹੋ ਜਾਣਗੇ ਮਕਾਨ ਬਣਾਉਣੇ। ਦੂਜਾ ਜੀ ਇਸ ਤਰ੍ਹਾਂ ਹੈ ਕਿ ਬੇਸ਼ੱਕ ਪੰਜਾਬ ਸਟੇਟ ਹੈ ਚਾਹੇ ਕੇਂਦਰ ਹੈ, ਇਹ ਸਾਡੀ ਬਦਕਿਸਮਤੀ ਹੈ ਆਵਾਮ ਦੀ ਕਿ ਇਹ ਦੋਵੇਂ ਕੇਂਦਰ ਔਰ ਸੂਬਾ ਗਾਲੜੀਆਂ ਦੇ ਹੱਥ ਆ ਗਏ, ਗੱਲਾਂ ਕਰਨ ਵਾਲਿਆਂ ਦੇ ਹੱਥ ਆ ਗਏ। ਸਰਦਾਰ ਮਨਮੋਹਨ ਸਿੰਘ ਜੀ ਸੀ ਇਸ ਤੋਂ ਪਹਿਲਾਂ, ਇਹ ਕਾਂਗਰਸ ਵੱਲ ਇਸ਼ਾਰੇ ਕਰਦੇ ਨੇ, ਆਮ ਆਦਮੀ ਪਾਰਟੀ ਦੇ ਪ੍ਰਵਕਤਾ ਔਰ ਦੇ ਪ੍ਰਵਕਤਾ। ਚਲੋ ਆਪਾਂ ਗੱਲ ਅੱਜ ਦੀ ਡਿਬੇਟ ਦਾ ਇਸ਼ੂ ਹੈਗਾ ਆ ਕਿ ਜਿਹੜਾ ਰੇਤ ਦੀ ਜੋ ਇਹਨਾਂ ਨੇ ਡਿਪੂ ਖੋਲਣ ਜਾ ਰਹੇ ਆ, ਪਹਿਲਾਂ ਤੇਲ ਦੇ ਡਿਪੂ ਹੁੰਦੇ ਸੀ, ਖੰਡ ਦੇ ਡਿਪੂ ਹੁੰਦੇ ਸੀ, ਅੱਜ ਕੱਲ ਇਹ ਰੇਤ ਦੇ ਡਿਪੂ ਖੋਲਣ ਜਾ ਰਹੀ ਹੈ। ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਆਮ ਆਦਮੀ ਪਾਰਟੀ ਦੇ ਕੈਬਨਿਟ ਮਿਨਿਸਟਰ ਜਿਹੜੇ ਵੋਟਾਂ ਤੋਂ ਪਹਿਲਾਂ 3 ਰੁਪਏ ਰੇਤਾ ਦੇਣ ਦਾ ਵਾਅਦਾ ਕਰਦੇ ਸੀ, 4 ਰੁਪਏ ਰੇਤਾ ਦੇਣ ਦਾ ਵਾਅਦਾ ਕਰਦੇ ਸੀ, ਇਹਨਾਂ ਨੇ ਚੰਨੀ ਸਰਕਾਰ ਦੇ ਟਾਈਮ 5.5 ਰੁਪਏ 6 ਰੁਪਏ ਰੇਤਾ ਖਰੀਦੀ ਹੈ। ਔਰ ਜਿਹੜੇ ਕਹਿੰਦੇ ਕਿ ਇਹਨਾਂ ਨੇ ਗੱਲਾਂ ਕੀਤੀਆਂ, ਚੰਨੀ ਸਾਹਿਬ ਨੇ ਮਜ਼ਾਕ ਉਡਾਇਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਪੈਟਰੋਲ ਪੰਪ ਤੇ ਮਲਹੋਤਰਾ ਜੀ ਗੱਡੀ ਲੈ ਕੇ ਜਾਂਦੇ ਸੀ, ਤੁਹਾਨੂੰ 5 ਰੁਪਏ ਪੈਟਰੋਲ ਸਸਤਾ ਮਿਲਦਾ ਸੀ, 10 ਰੁਪਏ ਡੀਜ਼ਲ ਸਸਤਾ ਮਿਲਦਾ ਸੀ। ਔਰ ਬਹੁਤ ਸਾਰੀਆਂ ਅਨਾਉਂਸਮੈਂਟ ਜਿਹੜੀਆਂ ਚੰਨੀ ਸਰਕਾਰ ਦੇ ਟਾਈਮ ਦਿਨ ਰਾਤ ਇੱਕ ਕਰਕੇ ਜਿਹੜਾ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ। ਮੈਂ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਸਰਕਾਰ ਹਮੇਸ਼ਾ ਜਿਹੜੀ ਵੈਲਫੇਅਰ ਦੇ ਕੰਮ ਕਰਦੀ ਹੈ, ਔਰ ਤੁਸੀਂ ਜਿਹੜਾ ਇੱਕ ਕੰਪਨੀ ਨੂੰ ਜਿਹੜਾ ਆਪਣਾ ਡੀਪੂ ਦਾ ਇੰਚਾਰਜ ਲਗਾ ਕੇ, ਜਿਵੇਂ ਕੇਂਦਰ ਨੇ ਨਰਿੰਦਰ ਮੋਦੀ ਜੀ ਨੇ ਅਡਾਨੀ ਔਰ ਅੰਬਾਨੀ ਕਾਰਪੋਰੇਟ ਪਰਿਵਾਰਾਂ ਦੇ ਹਵਾਲੇ ਸਾਰਾ ਦੇਸ਼ ਦਾ ਕਾਰੋਬਾਰ ਕੰਮਕਾਜ ਹੱਥ ਉਹਨਾਂ ਦੇ ਹੈਂਡਓਵਰ ਕੀਤਾ ਹੋਇਆ, ਇਸੇ ਤਰ੍ਹਾਂ ਤੁਸੀਂ ਵੀ ਠੇਕੇਦਾਰਾਂ ਸਿਸਟਮ ਨੂੰ ਲੱਤ ਮਾਰ ਕੇ ਕਿਸੇ ਕਾਰਪੋਰੇਟ ਘਰਾਣੇ ਨੂੰ ਲੈ ਕੇ ਇੱਕ ਡੀਪੂ ਬਣਾ ਕੇ ਉਸ ਤੇ ਕਬਜ਼ਾ ਕਰਵਾਉਣ ਜਾ ਰਹੇ ਆ। ਔਰ ਜਿਹਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲਣ ਵਾਲਾ। ਤੁਸੀਂ ਅੱਜ ਦਾ ਰੇਟ ਜਿਹੜਾ ਫਿਕਸ ਕੀਤਾ 28 ਰੁਪਏ ਕੀਤਾ, ਜਦੋਂ ਟਰਾਂਸਪੋਰਟੇਸ਼ਨ ਚਾਰजेस ਪੈਣੇ ਆ ਪੰਜਾਬ ਦੇ ਲੋਕਾਂ ਨੂੰ 43 ਰੁਪਏ ਰੇਤਾ ਮਿਲਣੀ ਆ। ਤੁਸੀਂ ਕਿਆ ਗੱਲਾਂ ਕਰਦੇ ਹੋ? ਤੁਸੀਂ ਵੀ ਗੱਲਾਂ ਕਰਕੇ ਲੋਕ ਬਦਲਾਅ ਚਾਹੁੰਦੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੋ ਜੀ ਸਰਕਾਰ ਆਏਗੀ। ਲੋਕ ਵੀ ਕਨਫਿਊਜ਼ ਸੀ, ਬਦਲਾਅ ਦੇ ਨਾਮ ਤੇ ਵੋਟਾਂ ਪਈਆਂ ਔਰ ਬਹੁਤ ਵੱਡਾ ਮੈਂਡੇਟ ਦੇ ਕੇ ਤੁਹਾਨੂੰ 92 ਸੀਟਾਂ ਜਿਹੜੀਆਂ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਭੇਜੀਆਂ। ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਮੈਂ ਤੁਹਾਨੂੰ ਉਹਨਾਂ ਤੇ ਨਜ਼ਰ ਮਰਵਾਉਣੀ ਚਾਹੁੰਦਾ ਕਿ ਤੁਸੀਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ, ਬਹਿਬਲ ਕਲਾਂ ਜਿਹੜਾ ਕਾਂਡ ਹੈ ਉਹਦੇ ਦੋਸ਼ੀਆਂ ਨੂੰ 1 ਮਹੀਨੇ ਦੇ ਅੰਦਰ ਦੇਣ ਦਾ ਵਾਅਦਾ ਕੀਤਾ ਸੀ। ਵੀਰ ਜੀ ਬੇਨਤੀ ਹੈ ਅੱਜ ਦੇ ਮੁੱਦੇ ਤੇ ਆ ਜਾਓ। ਮੈਂ ਅੱਜ ਦੇ ਮੁੱਦੇ ਤੇ ਆ ਰਿਹਾ। ਮੁੱਦੇ ਤਾਂ ਬਹੁਤ ਸਾਰੇ ਆ ਜੀ, ਬਹੁਤ ਸਾਰੇ ਮੁੱਦੇ ਆ। ਆਪਾਂ ਇਮਾਨਦਾਰ ਪਾਰਟੀ ਨੂੰ ਬਿਲੋਂਗ ਕਰਦੇ ਆ, ਆਪਾਂ ਝੂਠੀਆਂ ਗੱਲਾਂ ਕਿਉਂ ਕਰਨੀਆਂ ਜੀ? ਮਲਹੋਤਰਾ ਜੀ ਮੈਂ ਤੁਹਾਨੂੰ ਉਹ ਸਰ ਆ ਜਾਓ ਨਾ, ਫਿਰ ਅੱਜ ਦੇ ਮੁੱਦੇ ਤੇ ਆ ਜਾਓ। ਅੱਜ ਦੇ ਮੁੱਦੇ ਤੇ ਆ ਜਾਓ। ਉਸੇ ਮੁੱਦੇ ਤੇ ਆ ਰਹੇ ਆ। ਹਾਂ, 28 ਰੁਪਏ ਰੇਤਾ ਵੇਚਣ ਜਾ ਰਹੇ ਹੋ ਤੁਸੀਂ, 28 ਰੁਪਏ ਰੇਤਾ ਵੇਚਣ ਜਾ ਰਹੇ ਹੋ ਔਰ ਮਜ਼ਾਕ ਦੱਸ ਰਹੇ ਹੋ ਕਿ ਚੰਨੀ ਸਾਹਿਬ ਦੀਆਂ ਅਨਾਉਂਸਮੈਂਟਸ ਕੀਤੀਆਂ 5.5 ਤੋਂ 6 ਰੁਪਏ ਤੱਕ ਰੇਤਾ ਵਿਕੀ। ਅੱਜ 43 ਰੁਪਏ ਪੰਜਾਬ ਦੇ ਵਿੱਚ ਰੇਤਾ ਮਿਲੇਗੀ। ਨਿਰਮਾਣ ਕਾਰਜ ਠੱਪ ਹੋ ਜਾਣਗੇ, ਗਰੀਬ ਲੋਕ ਜਿਹੜੇ ਘਰਾਂ ਦੇ ਵਿੱਚ ਬੈਠ ਜਾਣਗੇ। ਇਹੋ ਜਿਹੇ ਹਾਲਾਤ ਹੈ ਪੰਜਾਬ ਦੇ ਕਿ ਮਜ਼ਦੂਰੀ ਕਰਨ ਵਾਲਾ ਵਿਅਕਤੀ ਨਿਰਮਾਣ ਕਾਰਜ ਜਦੋਂ ਠੱਪ ਹੋ ਗਿਆ ਤੇ ਕਿੱਥੇ ਜਾਏਗਾ ਦਿਹਾੜੀ ਕਰਨ? ਉਹ ਰੋਟੀ ਤੋਂ ਆਜ਼ਾਰ ਹੋ ਚੁੱਕਾ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਤਾਂ 20,000 ਕਰੋੜ ਦੀ ਪਾਲਿਸੀ ਲੈ ਕੇ ਆਏ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਣਾ, ਕੇਵਲ ਰੇਤਾ ਵੇਚ ਕੇ ਅਸੀਂ ਪੰਜਾਬ ਨੂੰ ਜਿਹੜਾ ਕਰਜ਼ੇ ਤੋਂ ਮੁਕਤ ਕਰਵਾ ਲੈਣਾ। ਮੈਨੂੰ ਤਾਂ ਲੱਗਦਾ ਕਿ ਕੋਈ ਇੱਟ ਨਹੀਂ ਲਗਾ ਸਕੇਗਾ ਜੋ ਤੁਸੀਂ ਪੰਜਾਬ ਦਾ ਹਾਲਾਤ ਕਰ ਦਿੱਤੇ ਨੇ। ਹਾਂਜੀ ਅਰੁਣ ਜੀ ਜਵਾਬ ਲੈ ਲੈਣਾ। ਠੀਕ ਆ, ਮੈਂ ਕਾਂਗਰਸ ਪਾਰਟੀ ਕੋਲ ਮੁੜ ਕੇ ਜਾਵਾਂਗਾ। ਜਵਾਬ ਲੈ ਲਓ ਇਹਨਾਂ ਦਾ। ਨਹੀਂ, ਮੈਂ ਵਾਪਸ ਆਣਾ ਮਲਹੋਤਰਾ ਜੀ। ਰਮਨਦੀਪ ਜੀ, ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਦੀ ਸਾਂਝੀ ਸਰਕਾਰ ਸੀਗੀ, ਉਸ ਸਮੇਂ ਰੇਤ ਮਾਈਨਿੰਗ ਦਾ ਜ਼ਿਕਰ ਹੋਣ ਲੱਗਿਆ ਤੇ ਉਸ ਤੋਂ ਬਾਅਦ ਵਾਧਾ ਦੇਖੋ ਤੁਸੀਂ ਅੱਜ ਕਿੱਥੇ ਆ ਕੇ ਖੜਾ। ਰੇਤੇ ਦਾ ਰੇਟ ਕਿੱਥੋਂ ਦੀ ਕਿੱਥੇ ਤੱਕ ਪਹੁੰਚ ਗਿਆ। ਸਵਾਲ ਅਕਾਲੀ ਦਲ ਦੀ ਸਰਕਾਰ ਤੇ ਵੀ ਉੱਠਦੇ ਰਹੇ ਨੇ, ਕਾਂਗਰਸ ਪਾਰਟੀ ਦੀ ਸਰਕਾਰ ਤੇ ਵੀ ਉੱਠਦੇ ਰਹੇ ਨੇ, ਪਰੰਤੂ ਪੰਜਾਬ ਸਰਕਾਰ ਨੇ ਇਹ ਜਿਹੜੇ ਡੀਪੂ ਹੋਲਡਰ ਖੋਲੇ ਨੇ, ਕੇਂਦਰ ਖੋਲੇ ਨੇ,
ਇਹ ਇੱਕ ਇਤਿਹਾਸਕ ਫੈਸਲਾ ਮੰਨਿਆ ਜਾ ਸਕਦਾ ਹੈ, ਕਿਉਂਕਿ ਇਸ ਤਰ੍ਹਾਂ ਦਾ ਕੰਮ ਹੁਣ ਤੱਕ ਕਿਸੇ ਸਰਕਾਰ ਦੇ ਵਿੱਚ ਨਹੀਂ ਸੀ ਹੋਇਆ। ਉਹ ਅਲੱਗ ਗੱਲ ਆ, ਬਾਅਦ ਦੀ ਗੱਲ ਆ, ਭਵਿੱਖ ਦੀ ਗੱਲ ਆ, ਸਮੇਂ ਦੀ ਕੁੱਖ ਦੇ ਵਿੱਚ ਆਓ ਗੱਲ ਕੀ ਇਹ ਚੀਜ਼, ਇਹ ਜਿਹੜੇ ਕੇਂਦਰ ਨੇ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ। ਤੁਹਾਡਾ ਕੀ ਕਹਿਣਾ ਹੈ ਇਹਦੇ ਤੇ? ਅਰੁਣ ਜੀ, ਬਹੁਤ ਇਤਿਹਾਸਕ ਫੈਸਲਾ ਹੈ ਤੇ ਮੈਨੂੰ ਲੱਗਦਾ ਇਤਿਹਾਸਕ ਹੀ ਕਿਤਾਬਾਂ 'ਚ ਹੀ ਰਹਿ ਜਾਊਗਾ, ਕਿਉਂਕਿ ਇਹਨੂੰ ਅਮਲੀ ਜਾਮਾ ਮੇਰੇ ਹਿਸਾਬ ਨਾਲ ਨਹੀਂ ਬਣਾਇਆ ਜਾ ਸਕਦਾ। ਫੈਸਲਾ ਇਹ ਜਿਵੇਂ ਕਹਿੰਦੇ ਬਿਨਾਂ ਕਿਸੇ ਸੋਚੇ, ਬਿਨਾਂ ਕਿਸੇ ਪ੍ਰੈਕਟਿਸ ਕੀਤੇ ਵਿਚਾਰੇ ਫੈਸਲੇ ਤਾਂ ਲੈ ਲੈਂਦੇ ਨੇ, ਪਰ ਉਹ ਪੂਰੀ ਤਰ੍ਹਾਂ ਸਾਰੇ ਕਿਤੇ ਨਾ ਕਿਤੇ ਫੇਲ ਹੋ ਜਾਂਦੇ ਨੇ। ਇਹਦੇ ਫੈਸਲੇ ਇਮੈਚੁਰ ਜਿਹੇ ਫੈਸਲੇ ਨੇ ਸਾਰੇ ਇਹਨਾਂ ਦੇ ਸਰਕਾਰ ਦੇ। ਕੋਈ ਪ੍ਰੈਕਟੀਕਲ ਦੇਖਿਆ ਜਾਏ, ਆਪਾਂ ਹੁਣ 28 ਰੁਪਏ ਕਹਿ ਰਹੇ ਨੇ, ਕਦੀ ਇਹ ਕੋਈ ਮੁੱਦਾ ਚੱਕ ਲੈਂਦੇ ਨੇ ਅਸੀਂ ਬਿਜਲੀ ਫ੍ਰੀ ਦੇਵਾਂਗੇ। ਉਹ ਆਖਿਰ ਜੇ ਕਿਸੇ ਨੂੰ ਫ੍ਰੀ ਦਿੰਦੇ ਨੇ ਤਾਂ ਉਹਦਾ ਭਾਰ ਕਿੱਥੇ ਪੈ ਰਿਹਾ? ਇੱਕ ਬੰਦੇ ਨੂੰ ਜੇ ਤੁਸੀਂ ਫ੍ਰੀ ਦੇ ਰਹੇ ਹੋ ਤਾਂ ਉਹਦਾ ਭਾਰ ਕਿਤੇ ਨਾ ਕਿਤੇ ਤਾਂ ਬਾਕੀ ਲੋਕਾਂ ਤੇ ਪੈ ਹੀ ਰਿਹਾ ਨਾ, ਕੋਈ ਕਮਰਸ਼ੀਅਲਾਈਜੇਸ਼ਨ ਤੇ ਜਾਂ ਦੂਸਰੇ ਤੇ, ਇੰਡਸਟਰੀਆਂ ਤੇ, ਫੈਕਟਰੀਆਂ ਤੇ। ਇੱਕ ਪਾਸੇ ਆਪਾਂ ਫ੍ਰੀ ਦੇਣ ਦੀ ਗੱਲ ਕਰਦੇ ਆ, ਦੂਜੇ ਪਾਸੇ ਜਿਹੜੀ ਪਹਿਲਾਂ ਸਰਕਾਰਾਂ ਫ੍ਰੀ ਆਟਾ, ਦਾਲ, ਹੋਰ ਸਕੀਮਾਂ ਦੇ ਰਹੀਆਂ ਸੀ, ਉਹਨਾਂ ਨੂੰ ਆਪਾਂ ਬੰਦ ਕਰਨ ਦੀ ਗੱਲ ਕਰਦੇ ਆ। ਵੈਲਫੇਅਰ ਆਪਾਂ ਬਿਲਕੁਲ ਹੀ ਖਤਮ ਕਰਦੇ ਤੇ ਆਪਾਂ ਰੇਤੇ ਪਿੱਛੇ ਪੈ ਗਏ। ਪਹਿਲਾਂ ਆਪਾਂ ਕਹਿੰਦੇ ਸੀ ਜੀ ਅਸੀਂ ਨਸ਼ਾ ਬੰਦ ਕਰਾਂਗੇ, ਹੋਰ ਚੀਜ਼ਾਂ ਬੰਦ ਕਰਾਂਗੇ, ਉਹ ਕਿਤੇ ਮੁੱਦਾ ਹੀ ਨਹੀਂ ਚੱਲ ਰਿਹਾ ਜੀ ਇਹਨਾਂ ਦਾ। ਕੋਈ ਨਸ਼ੇ ਦਾ, ਕੋਈ ਹੋਰ, ਕੋਈ ਹੈ ਹੀ ਨਹੀਂ ਕੋਈ ਇਹਨਾਂ ਦਾ ਸਿਸਟਮ। ਹਰ ਚੀਜ਼ ਠੀਕ ਹੈ, ਮੈਂ ਜਵਾਬ ਲੈ ਲੈਣਾ। ਮਲਹੋਤਰਾ ਜੀ ਕੀ ਕਹੋਗੇ ਤੁਸੀਂ? ਚੀਜ਼ਾਂ ਦੇ ਮੇਰਾ ਵੀ ਸਵਾਲ ਲੈ ਲਿਓ, ਇਕੱਠੇ ਜਵਾਬ ਲੈ ਲਿਓ। ਮੇਰਾ ਵੀ ਸਵਾਲ ਬੜਾ ਹਾਂਜੀ ਹਾਂਜੀ, ਇੱਕ ਮਿੰਟ ਜਵਾਬ ਲੈ ਲਓ ਜੀ। ਦੇਖੋ ਸੁਖਵੀਰ ਜੀ ਕਹਿ ਰਹੇ ਸੀ, ਲੋ ਦੱਸੋ ਸਵਾਲ ਦਿਓ ਤੁਸੀਂ। ਹਾਂਜੀ ਜੀ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਤੁਸੀਂ ਜਿਹੜੀਆਂ ਸਿਕਿਉਰਿਟੀਜ਼ ਦੇ ਵਿੱਚ ਇਨਕਰੀਮੈਂਟ ਕੀਤੇ ਨੇ, ਏਦਾਂ ਨਹੀਂ ਲੱਗਦਾ ਪਿਆ ਕਿ ਪੰਜਾਬ ਸਰਕਾਰ ਸਿਰਫ ਪੈਸੇ ਇਕੱਠੇ ਕਰਦੀ ਪਈ ਹੈ ਔਰ ਉਹਦੀ ਐਵਰੇਜ ਦੇ ਵਿੱਚ ਵਪਾਰੀਆਂ ਨੂੰ ਕੀ ਦੇ ਰਹੀ ਹੈ? ਇੱਥੇ ਇੱਕ ਤੁਸੀਂ ਰੇਟ ਜਿਹੜਾ 28 ਰੁਪਏ ਕਰ ਦਿੱਤਾ ਵਾ। ਇੱਕ ਮਿੰਟ ਅਰੁਣ ਜੀ, ਇਹਨਾਂ ਤੋਂ ਸਵਾਲ ਪਹਿਲਾਂ ਲੈ ਲਏ ਆ, ਪਲੀਜ਼ ਮੈਨੂੰ ਜਵਾਬ ਦੇ ਲੈਣ ਦਿਓ। ਮੈਨੂੰ ਉਹਨਾਂ ਨੇ ਕਿਹਾ ਮਲਹੋਤਰਾ ਸਾਹਿਬ ਸਵਾਲ ਕਰ ਲਓ, ਮੈਂ ਤਾਂ ਹੀ ਠੀਕ ਹੈ ਮਲਹੋਤਰਾ ਜੀ। ਹਾਂਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਠੀਕ ਹੈ, ਕੋਈ ਨਾ ਜੋਸ਼ੀ ਜੀ ਆਨੇ ਮਲਹੋਤਰਾ ਜੀ। ਸੁਖਵੀਰ ਜੀ ਕਹਿ ਰਹੇ ਸੀਗੇ ਕਿ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ, ਮੈਨੂੰ ਲੱਗਦਾ ਕਿ ਇਹਨਾਂ ਨੂੰ ਮਤਲਬ ਹੀ ਨਹੀਂ ਪਤਾ ਹੈਗਾ ਕਿ ਸਰਕਾਰੀ ਡਿਪੂ ਕੀ ਹੁੰਦਾ ਤੇ ਕਾਰਪੋਰੇਟ ਘਰਾਣੇ ਕੀ ਹੁੰਦੇ ਹੈ। ਇਹ ਜਿਹੜੇ ਡਿਪੂ ਹੈ, these are going to be totally government controlled ਡਿਪੂਸ। ਕਿਸੇ ਕਾਰਪੋਰੇਟ ਘਰਾਣੇ ਨੂੰ ਤੁਹਾਡੀ ਭਾਈਵਾਲ ਪਾਰਟੀਆਂ ਦੀ ਤਰ੍ਹਾਂ ਅਸੀਂ ਨਹੀਂ ਲਿਆਉਣ ਲੱਗੇ, ਠੀਕ ਹੈ ਜੀ। ਔਰ ਜਦੋਂ ਗਵਰਨਮੈਂਟ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਤਾਂ ਰੇਟ ਹਮੇਸ਼ਾ ਕੰਟਰੋਲਡ ਰਹਿੰਦਾ ਹੈਗਾ। ਔਰ ਫਿਰ ਇਹ ਆਪਣੇ ਕੋਲੋਂ ਹੀ ਰੇਟ ਜੋੜ ਕੇ ਟਰਾਂਸਪੋਰਟੇਸ਼ਨ ਦਾ ਕਹਿ ਰਹੇ ਜੀ 43 ਰੁਪਏ। ਜਨਾਬ ਜੇ 1 ਕਿਲੋਮੀਟਰ ਤੇ ਜਾਣਾ ਹੈ ਤਾਂ ਉਸ ਹਿਸਾਬ ਨਾਲ ਪੈਸੇ ਲੱਗਣੇ, ਜੇ 10 ਕਿਲੋਮੀਟਰ ਤੇ ਜਾਣਾ ਤਾਂ ਉਸ ਹਿਸਾਬ ਨਾਲ ਲੱਗਣੇ। ਤੁਸੀਂ ਕਿਸ ਹਿਸਾਬ ਨਾਲ 43 ਰੁਪਏ ਕਹਿ ਰਹੇ ਹੈਗੇ ਹੋ, that is a totally illogical thing। ਔਰ ਇੱਕ ਮਿੰਟ ਔਰ ਰਾਣਾ ਜੀ ਕਹਿ ਰਹੇ ਸੀਗੇ ਕਿ ਜੀ ਬਿਜਲੀ ਦਾ ਭਾਰ ਕਿਸ ਤੇ ਪਾ ਰਹੇ ਹੈਗੇ ਆ ਤੇ ਹੋਰ ਸਕੀਮਾਂ ਦਾ ਭਾਰ ਪਾ ਰਹੇ ਆ। ਉਹ ਜਨਾਬ ਤੁਹਾਡੀ ਭਾਈਵਾਲ ਪਾਰਟੀ ਭਾਜਪਾ ਜਿਹੜੀ 11 ਲੱਖ ਕਰੋੜ ਰੁਪਇਆ ਅਦਾਨੀਆਂ ਅੰਬਾਨੀਆਂ ਦੀ ਝੋਲੀ 'ਚ ਪਾ ਗਈ, ਪਿਛਲੇ 5 ਸਾਲਾਂ ਦੇ ਦੌਰਾਨ 10 ਲੱਖ ਕਰੋੜ ਰੁਪਇਆ ਤਾਂ ਸਿਰਫ ਰਾਈਟ ਆਫ ਕਰਤਾ ਇਹਨਾਂ ਨੇ ਲੋਨਸ ਦਾ। ਉਹਦਾ ਬੋਝ ਕਿਸ ਤੇ ਪਿਆ? ਉਸ ਟਾਈਮ ਨਹੀਂ ਤੁਸੀਂ ਬੋਲਦੇ। ਆਮ ਲੋਕਾਂ ਦੇ ਜੇਬ ਕੱਟ ਕੇ ਪੂੰਜੀਪਤੀਆਂ ਦੀ ਜੇਬ ਵਿੱਚ ਪਾਇਆ ਜਾ ਰਿਹਾ, ਉਸ ਟਾਈਮ ਨਹੀਂ ਤੁਹਾਨੂੰ ਦਰਦ ਹੁੰਦਾ, ਉਸ ਟਾਈਮ ਤੁਸੀਂ ਚੁੱਪ ਰਹਿੰਦੇ ਹੋ। ਔਰ ਜਦੋਂ ਆਮ ਲੋਕਾਂ ਨੂੰ ਕੁਝ ਹੈਲਪ ਮਿਲਦੀ ਹੈ, ਗਰੀਬ ਲੋਕਾਂ ਨੂੰ ਜਿਨ੍ਹਾਂ ਦੇ ਕਾਰੋਬਾਰ ਨਹੀਂ ਹੈ, ਉਦੋਂ ਤੁਸੀਂ ਬੋਲਦੇ ਹੋ। ਇੱਕ ਮਿੰਟ ਤੁਹਾਡੀ ਸਰਕਾਰ ਨੇ ਬਿਲਕੁਲ ਹੀ ਫੇਲ ਕਰਤਾ ਸੀ। ਇੱਕ ਮਿੰਟ ਪਲੀਜ਼, ਹੁਣ ਜਵਾਬ ਲੈ ਲਓ। ਮੈਂ ਤੁਹਾਡੀ ਵਾਰੀ 'ਚ ਨਹੀਂ ਬੋਲਿਆ। ਤੁਸੀਂ ਕਹਿ ਰਹੇ ਹੋ ਆਟਾ ਦਾਲ ਸਕੀਮ ਬੰਦ ਕਰ ਰਹੇ, ਕੌਣ ਬੰਦ ਕਰ ਰਿਹਾ ਜੀ? ਕੋਈ ਬੰਦ ਨਹੀਂ ਹੋ ਰਹੀ, ਕੋਈ ਵੀ ਸਕੀਮ ਬੰਦ ਨਹੀਂ ਹੋ ਰਹੀ, ਬਲਕਿ ਅਸੀਂ ਹੋਰ ਜਿਹੜੇ ਲੋਕਾਂ ਦੇ ਜੀਵਨ ਜਿਹੜਾ ਉਹਨੂੰ ਹੋਰ ਸੁਖੱਲਾ ਕਰਾਂਗੇ, ਹੋਰ ਉਹਨਾਂ ਨੂੰ ਬੈਨੀਫਿਟ ਦੇਵਾਂਗੇ। ਤੁਸੀਂ ਦੇਖਿਆ ਬਿਜਲੀ ਅਸੀਂ ਫ੍ਰੀ ਕੀਤੀ ਹੈਗੀ ਹੈ। ਇੱਕ ਮਿੰਟ ਪਲੀਜ਼, ਅਸੀਂ ਬਿਜਲੀ ਫ੍ਰੀ ਕੀਤੀ ਹੈਗੀ ਹੈ। ਆਉਣ ਵਾਲੇ ਸਮੇਂ ਵਿੱਚ ਔਰਤਾਂ ਦੀ ਵੀ ਮਦਦ ਹੋਏਗੀ। ਜਿਹੜੇ ਐਜੂਕੇਸ਼ਨ ਟੋਟਲੀ ਫ੍ਰੀ ਹੋ ਰਹੀ ਹੈ, ਕੁਆਲਿਟੀ ਐਜੂਕੇਸ਼ਨ ਹੋ ਰਹੀ ਹੈ, ਹੈਲਥ ਸਰਵਿਸਿਜ਼ ਜਿਹੜੀ ਫ੍ਰੀ ਹੋ ਰਹੀ ਹੈ। ਇੱਕ ਮਿੰਟ ਪਲੀਜ਼ ਜੀ, ਆਪਣੀ ਵਾਰੀ ਤੇ ਬੋਲੋ। ਨਹੀਂ, ਹੈਲਥ ਸਰਵਿਸਿਜ਼ ਅਸੀਂ ਫ੍ਰੀ ਕੀਤੀਆਂ, ਕਿੰਨੀ ਇੰਪਰੂਵਮੈਂਟ ਹੋਈ ਹੈ। ਮਲਹੋਤਰਾ ਜੀ ਨੂੰ ਗੱਲ ਪੂਰੀ ਕਰ ਲੈਣ ਦਿਓ, ਵਾਪਸ ਆਉਂਗਾ ਤੁਹਾਡੇ ਕੋਲ। ਤੁਸੀਂ ਕਹਿ ਰਹੇ ਸਸਤੀਆਂ ਕੀਤੀਆਂ, ਦੂਜੇ ਬੰਨੇ ਤੁਸੀਂ ਚੀਜ਼ਾਂ ਘੁਮਾ ਦਿੱਤੀਆਂ ਫੜ ਕੇ। 28 ਰੁਪਏ ਰੇਤਾ, ਕੋਈ ਜਸਟੀਫਿਕੇਸ਼ਨ ਆ ਕੋਈ? ਉਹ ਜਨਾਬ ਤੁਹਾਡੀ ਸਰਕਾਰਾਂ ਦਾ ਭ੍ਰਿਸ਼ਟਾਚਾਰ ਸੀਗਾ, ਜਿਹੜਾ ਗੈਰ ਕਾਨੂੰਨੀ ਮਾਫੀਆ ਤੁਸੀਂ ਚਲਾਇਆ।
ਤੁਹਾਡਾ ਗੈਰ ਕਾਨੂੰਨੀ ਮਾਫੀਆ ਬੰਦ ਹੋਇਆ ਤਾਂ ਰੇਟ ਅਪ ਹੋਏ ਆ। ਮਲਹੋਤਰਾ ਜੀ ਤੁਹਾਡਾ ਗੈਰ ਕਾਨੂੰਨੀ ਚੱਕਿਆ ਹੋਇਆ ਮਾਫੀਆ ਬੰਦ ਹੋਇਆ। ਉਹ ਸਰਟੀਫਿਕੇਟ ਨਹੀਂ ਦੇਣਾ ਤੁਸੀਂ ਲੋਕਾਂ ਨੇ ਇਮਾਨਦਾਰੀ ਦਾ। ਜੋਸ਼ੀ ਜੀ ਕਾਂਗਰਸੀਆਂ ਅਕਾਲੀਆਂ ਦਾ ਮਾਫੀਆ ਬੰਦ ਹੋਇਆ ਤਾਂ ਰੇਟ ਅਪ ਹੋਏ ਮਲਹੋਤਰਾ ਜੀ ਮਹਾਰਾਜ ਜੀ ਗੱਲ ਸੁਣੋ ਪਹਿਲਾਂ ਸਾਡੀ ਬਿਜਲੀ ਸਰਪਲਸ ਦੇ ਕੇ ਗਏ ਸਰਕਾਰੀ ਰਿਕਾਰਡਸ ਵਿੱਚ ਗਲਤ ਸਾਡੀ ਵੀ ਗੱਲ ਸੁਣੋ ਨਾ, ਇਹ ਉਹਨਾਂ ਦੇ ਬੋਲ ਤੁਹਾਡਾ ਮਾਫੀਆ ਬੰਦ ਹੋਇਆ ਤਾਂ ਰੇਟ ਅਪ ਹੋਏ ਆ। ਤੁਹਾਡਾ ਮਾਫੀਆ ਬੰਦ ਹੋਇਆ ਤਾਂ ਰੇਟ ਅਪ ਹੋਏ ਆ। ਇਹ ਕਿਹੜੀ ਗੱਲ ਦਾ ਗੱਲ ਸੁਣੋ ਤੁਸੀਂ ਬੋਲਦੇ ਹੋ ਸਾਡੀ ਵੀ ਗੱਲ ਸੁਣੋ। ਸਾਡੀ ਤੇ ਗੱਲ ਸੁਣੋ ਹਜਮ ਨਹੀਂ ਹੁੰਦਾ ਕਿ ਮਾਫੀਆ ਬੰਦ ਹੋ ਗਏ। ਇੱਕਦਮ ਤੁਹਾਨੂੰ ਫਿਰ ਹਜਮ ਹੁੰਦਾ, ਤੁਹਾਨੂੰ ਨਹੀਂ ਗੱਲ ਕੀਤਾ ਤੁਸੀਂ। ਲੋਕਾਂ ਨੂੰ ਵੀ ਲੁੱਟਿਆ, ਪੰਜਾਬ ਦੇ ਸਾਧਨ ਵੀ ਲੁੱਟੇ। ਪਾਰਟੀ ਬੋਲੀ ਜਾਊਗੀ, ਅਸੀਂ ਸੁਣੀ ਜਾਵਾਂਗੇ। ਸਾਡੀ ਵੀ ਗੱਲ ਦਾ ਪੰਜਾਬ ਦੇ ਜਵਾਬ ਸਾਧਨ ਲੁੱਟਦੇ ਰਹੇ ਤੁਸੀਂ। ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ। ਹੁਣ ਜਦ ਬੰਦ ਹੋ ਰਿਹਾ ਤੁਹਾਨੂੰ ਤਕਲੀਫ ਹੋ ਰਹੀ ਹੈ। ਇਹ ਆਈ ਗੱਲਾਂ ਲਗਾ, ਸਾਡੀ ਗੱਲ ਤਾਂ ਸੁਣੋ ਪਹਿਲਾਂ ਤੁਸੀਂ। ਗੱਲਾਂ ਕਰਕੇ ਆਈ ਹੈ ਜੀ, ਹੋਰ ਕੰਮ ਨਹੀਂ ਇਹਨਾਂ ਦਾ ਕੋਈ ਹੋਰ ਮੋਟਿਵ ਨਹੀਂ। ਸਾਡਾ ਤਾਂ ਤੁਸੀਂ ਗੱਲਾਂ ਸਾਡੀ ਸੁਣੋ। ਗੱਲ ਸੁਣ ਕੇ ਕੌਣ ਚਲਾਉਂਦਾ ਸੀ? ਤੁਹਾਡੇ ਲੀਡਰ ਕਹਿੰਦੇ ਸੀ ਨਾ ਅਕਾਲੀਆਂ ਨਾਲ ਮਿਲ ਕੇ 75-25 ਡਿਬੇਟ ਕਰਾਓ ਕਹਿ ਕੇ ਗਏ ਮੱਖਣ ਜੀ, ਅਰੁਣ ਜੀ ਬਿਜਲੀ ਸਰਪਲਸ ਬਹਿਸ ਥੋੜੀ ਤਿੱਖੀ ਹੋ ਗਈ ਆ। ਅਕਾਲੀ ਬੀਜੇਪੀ ਸਰਕਾਰ ਬਿਜਲੀ ਸਰਪਲਸ ਤੁਸੀਂ ਕਰਕੇ ਸਹਿਮਤ ਗਈ ਹੋ? ਸੀ 6 ਰੁਪਏ ਤੁਸੀਂ ਸਹਿਮਤ ਹੋ? ਇਹ ਜਿਹੜੇ ਦਾਅਵੇ ਕੀਤੇ ਨੇ ਮਲਹੋਤਰਾ ਜੀ ਨੇ? ਦੇਖੋ ਗੱਲ ਇਹ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇੱਕ ਗੁਰੂ ਕੀ ਲਾਡਲੀ ਫੌਜ ਆ ਨਿਹੰਗ ਸਿੰਘ, ਉਹ ਨਾ ਜਦੋਂ ਬਾਟਾ ਮਾਂਜਦੇ ਨੇ ਰੇਤੇ ਨਾਲ ਹੀ ਮਾਂਜਦੇ ਨੇ। ਇਹ ਰੇਤੇ ਨੇ ਪਹਿਲਾਂ ਹੇਠਲੇ ਵਿਚਾਰੇ ਜਿਹੜੇ ਬੈਠੇ ਨੇ ਪਹਿਲਾਂ ਮਾਂਜੇ ਹੋਏ ਨੇ, ਇਹਨਾਂ ਨੂੰ ਰੇਤੇ ਨੇ ਮਾਂਜ ਦੇਣਾ ਹੈ। ਇਹਨਾਂ ਨੂੰ ਮਾੜੀ ਮੋਟੀ ਸਮਝ ਚਾਹੀਦੀ ਹੈ। ਇਹ ਰੇਤੇ ਦਾ ਮਾਂਜਿਆ ਹੋਇਆ ਦੁਬਾਰਾ ਕਾਮਯਾਬ ਨਹੀਂ ਹੁੰਦਾ ਬੰਦਾ। ਤੋ ਕਹਿਣ ਦਾ ਬਿਲਕੁਲ ਸਹੀ ਗੱਲ ਆ। ਤੋ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ, ਮੈਂ ਤਾਂ ਮਲਹੋਤਰਾ ਸਾਹਿਬ ਕੋਲ ਇੱਕ ਸਵਾਲ ਕਿਹਾ ਸੀਗਾ ਵੀ ਤੁਸੀਂ ਮੈਨੂੰ ਇਹ ਦੱਸਿਓ ਵੀ ਜਿਹੜਾ 28 ਰੁਪਏ ਤੁਸੀਂ ਦੇ ਰਹੇ ਹੋ ਲੋਕਾਂ ਨੂੰ ਕੀ ਭਾਅ ਮਿਲੂਗਾ? ਉਹ ਇਹਨਾਂ ਨੂੰ ਨਹੀਂ ਪਤਾ ਜੀ। ਲੋਕਲ ਪਤਾ ਨਹੀਂ ਕਦੇ ਵੀ ਬੰਦੇ ਨੂੰ ਦੂਰ ਲੈ ਕੇ ਜਾਣਾ। ਲੈ ਕੇ ਆ ਕੇ ਬਹਿ ਜਾਂਦੇ ਨੇ। ਸਰਬਜੀਤ ਜੀ ਉਹ ਤਾਂ ਡਿਪੈਂਡ ਕਰਦਾ ਨਾ ਬੰਦੇ ਨੇ ਕਿੰਨੀ ਦੂਰ ਲੈ ਕੇ ਜਾਣਾ। ਹਾਂ ਸੁਣੋ ਪਲੀਜ਼ ਸੁਣੋ। ਇੱਕ ਮਿੰਟ ਮੇਰਾ ਜਵਾਬ ਸੁਣ ਲਓ। ਹਾਂ ਨਹੀਂ ਅਸੀਂ ਤੁਹਾਡਾ ਜਵਾਬ ਸੁਣਨਾ ਜੀ, ਪਹਿਲਾਂ ਸਾਨੂੰ ਲੈ ਕੇ ਜਾਣਾ। ਮਲਹੋਤਰਾ ਜੀ ਪਲੀਜ਼ ਇੱਕ ਮਿੰਟ। ਮੈਂ ਸਿਰਫ ਇਹ ਗੱਲ ਕਹਿਣਾ ਹੈ ਵੀ ਤੁਸੀਂ ਇੱਕ ਡਿਪੂ ਖੋਲਿਆ, ਉਹ ਪੰਜਾਬ ਦੀ ਇੱਕ ਸਾਈਟ ਤੇ ਆ। ਇਸ ਤੋਂ ਇਲਾਵਾ ਪੰਜਾਬ 250 ਕਿਲੋਮੀਟਰ ਪਰਲੇ ਪਾਸੇ ਸਰ ਹਰੇਕ ਜ਼ਿਲ੍ਹੇ 'ਚ ਖੁੱਲ੍ਹਣੇ ਆ। ਪਲੀਜ਼ ਮੇਰੀ ਗੱਲ ਤਾਂ ਸੁਣ ਲਓ ਨਾ। ਇਹ ਗੱਲ ਹੀ ਸੁਣੀ ਇਹਨਾਂ ਨੇ। ਇਹ ਤੁਸੀਂ ਜਦੋਂ ਡਿਪੂ ਖੋਲਿਆ, ਖੋਲਣ ਤੋਂ ਬਾਅਦ ਤੁਸੀਂ ਇਸ ਡਿਪੂ ਨਾਲ ਸਿਰਫ ਤੇ ਸਿਰਫ ਇੱਕ ਮੋਹਾਲੀ ਨੂੰ ਕਵਰ ਕਰ ਸਕਦੇ ਹੋ। 30 ਕਿਲੋਮੀਟਰ ਦੇ ਏਰੀਏ ਤੱਕ ਉਹਨਾਂ ਨੇ 10,000 ਰੁਪਇਆ ਲੈਣਾ। 28 ਤੇ 10 38, ਉਹੀ 44 ਰੁਪਏ ਨੂੰ। ਫਿਰ ਤੁਸੀਂ ਪਾਲਿਸੀ ਦੇ ਵਿੱਚ ਕੀ ਨਾਮਾ ਲਿਆਂਦਾ? 44 ਨੂੰ ਤਾਂ ਪਹਿਲਾਂ ਵੀ ਮਿਲ ਰਿਹਾ, ਔਰ ਜਿਹੜਾ ਜਮਨਾ ਨਗਰ ਵਾਲਾ ਉਹ 36 ਨੂੰ ਮਿਲ ਰਿਹਾ। ਇੱਕ ਮਿੰਟ ਮੱਖਣ ਜੀ, ਤੁਸੀਂ ਗੱਲ ਨਹੀਂ ਪੂਰੀ ਸਮਝੀ। ਦੇਖੋ ਪਹਿਲੀ ਗੱਲ, ਜਿੱਥੇ ਤੱਕ ਟਰਾਂਸਪੋਰਟੇਸ਼ਨ ਕਾਸਟ ਦਾ ਸਵਾਲ ਹੈਗਾ, ਉਹ ਆਪਾਂ ਸਾਰੇ ਜਾਣਦੇ ਆ ਕਿ ਕਿੰਨੀ ਦੂਰ ਲੈ ਕੇ ਜਾਣਾ ਹੈ ਰੇਤਾ, ਉਸ ਤੇ ਡਿਪੈਂਡ ਕਰਦਾ ਕਿ ਨਹੀਂ ਕਰਦਾ। ਠੀਕ ਹੈ। ਫਿਰ ਤੁਸੀਂ ਜਿਹੜਾ ਅੱਗੇ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਜਦੋਂ ਹਾਈ ਕੋਰਟ ਦਾ ਬੈਨ ਹਟ ਜਾਊਗਾ ਔਰ ਪੁਰਾਣੀ ਪਾਲਿਸੀ ਜਿਹੜੀ ਹੈ ਫੈਬਰੂਰੀ ਵਿੱਚ ਓਵਰ ਹੋਣੀ ਹੈਗੀ ਹੈ, ਉਸ ਤੋਂ ਬਾਅਦ ਐਕਸ ਡਿਪੋ ਜਿਹੜਾ ਰੇਟ ਹੋਏਗਾ ਉਹ 15 ਤੋਂ 16 ਰੁਪਏ ਹੋਏਗਾ। ਠੀਕ ਹੈ ਜੀ। ਔਰ ਹਰੇਕ ਜ਼ਿਲ੍ਹੇ 'ਚ ਅਸੀਂ ਇਹ ਡਿਪੋ ਹੁਣ ਵੀ ਕਹਿ ਰਹੇ ਹੋ, ਵੱਡੇ ਜ਼ਿਲ੍ਹਿਆਂ ਵਿੱਚ 2 ਤੋਂ 4 ਡਿਪੋ ਖੋਲਾਂਗੇ। ਤੁਸੀਂ ਮਲਹੋਤਰਾ ਸਾਹਿਬ ਹੁਣ ਵੀ ਕਹਿ ਰਹੇ ਹੋ ਵੀ ਫੇਰ ਰੇਟ 14 ਤੋਂ 15 ਹੋਏਗਾ, ਉਸ ਤੋਂ ਬਾਅਦ ਫਿਰ ਟਰਾਂਸਪੋਰਟ ਪਏਗੀ, ਫਿਰ 25 ਰੁਪਏ ਨੂੰ ਹੋਏਗਾ। ਤੁਸੀਂ 5 ਰੁਪਏ ਦੀਆਂ 3 ਆਇਆ ਜੋਸ਼ੀ ਜੀ ਆਇਆ ਤੁਹਾਡੇ ਕੋਲ, ਉਹ ਕਿੱਥੇ ਗਏ? ਅਸੀਂ ਕਦੀ ਵੀ 5 ਤੇ 3 ਰੁਪਏ ਅਸੀਂ ਮੈਂ ਕਹਿੰਦਾ ਤੁਸੀਂ ਫ੍ਰੀ ਦੀਆਂ ਗੱਲਾਂ ਕੀਤੀਆਂ ਨੇ। ਨਹੀਂ ਬਿਲਕੁਲ ਨਹੀਂ। ਤੁਸੀਂ ਕਿਧਰੇ ਕੋਟ ਕਰਦੇ ਹੋ। ਅਸੀਂ ਰੇਤੇ ਤੇ ਤਾਂ ਕੁਝ ਕਿਹਾ ਹੀ ਨਹੀਂ। ਅਸੀਂ ਸਿਰਫ ਇਹ ਕਿਹਾ ਸੀ ਮਾਫੀਆ ਬੰਦ ਕਰਾਂਗੇ। ਨਹੀਂ ਬੋਲ ਰਹੇ ਹੋ, ਮਾਫੀਆ ਬੰਦ ਕਰਾਂਗੇ। ਅਸੀਂ ਕਿਧਰੇ 3-4-5 ਰੁਪਏ ਨਹੀਂ ਕਿਹਾ। ਅਸੀਂ ਕਿਧਰੇ 3-4-5 ਰੁਪਏ ਨਹੀਂ ਕਿਹਾ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਪਲੀਜ਼ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹੁੰਦਾ। ਜਿਹੜੀਆਂ ਪੁਰਾਣੀਆਂ ਪਾਰਟੀਆਂ ਬੈਠੀਆਂ ਵੀ ਧਿਆਨ ਨਾਲ ਸੁਣ ਲੈਣ। ਮੈਨੂੰ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੈਸੇ ਹੀ ਇਹ ਮਾਰ ਦਿੰਦੇ ਸੀਗੇ ਗੱਲ ਵੀ ਜੀ ਸਾਨੂੰ ਕੋਈ ਪਾਲਿਸੀ ਦੱਸੋ, ਪਾਲਿਸੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇਹਨਾਂ ਨੂੰ ਅਸੀਂ ਪਾਲਿਸੀ ਬਣਾ ਕੇ ਲੈ ਕੇ ਦਿੱਤੀ। ਮੇਰੀ ਗੱਲ ਧਿਆਨ ਨਾਲ ਸੁਣ ਲਿਓ ਭਾਜੀ। ਅਸੀਂ ਇਹਨਾਂ ਨੂੰ ਇੱਕ ਬੜੇ ਮਾਹਰ ਬੰਦੇ ਇਕੱਠੇ ਕਰਕੇ, ਮੈਂ ਵਿੱਚ ਸੀ ਉਹਦੇ, ਅਸੀਂ ਇਹਨਾਂ ਨੂੰ ਕੋਈ ਪਾਲਿਸੀ ਬਣਾ ਕੇ ਲਿਆ ਕੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਨ 2018 ਦੇ ਵਿੱਚ, ਵੀ ਸੌਖਾ ਕਿਵੇਂ ਹੋ ਸਕਦਾ ਹੈ, ਆਮ ਲੋਕਾਂ ਲਈ ਰੇਤਾ ਦੇਣਾ ਤੇ ਉਹਨਾਂ ਨੂੰ ਖਰੀਦਣਾ ਕਿਵੇਂ ਸੌਖਾ ਹੋ ਸਕਦਾ ਹੈ। ਅਸੀਂ ਇਹਨਾਂ ਨੂੰ ਪਾਲਿਸੀ ਦਿੱਤੀ ਬਣਾ ਕੇ ਵੀ ਤੁਸੀਂ ਜੀ ਜਿੰਨੀਆਂ ਵੀ ਸਰਕਾਰੀ ਮੰਡੀਆਂ ਨੇ, ਤੁਸੀਂ ਵੀ ਧਿਆਨ ਨਾਲ ਸੁਣ ਲਿਓ, ਸ਼ਾਇਦ ਤੁਹਾਡੇ ਪੱਲੇ ਪੈ ਜਾਵੇ ਇਹ, ਤੇ ਸਰਕਾਰੀ ਮੰਡੀਆਂ ਨੇ ਜਿਹੜੀਆਂ, ਮੈਂ ਚੇਅਰਮੈਨ ਵੀ ਰਿਹਾ ਮਾਰਕੀਟ ਕਮੇਟੀ ਸਰਹੰਦ ਦਾ। ਸਾਡਾ ਜਿਹੜਾ ਆਮਲਾ ਹੈ, ਜਿਹੜੀਆਂ ਸਾਡੇ ਨੌਕਰ ਨੇ ਮੰਡੀਆਂ ਦੇ ਵਿੱਚ, ਇਹ 10 ਮਹੀਨੇ ਫ੍ਰੀ ਰਹਿੰਦੇ ਨੇ ਤੇ 2 ਮਹੀਨੇ ਸਿਰਫ ਫਸਲ ਆਉਂਦੀ ਹੈ। 15 ਦਿਨ ਕਣਕ ਤੇ 1.5 ਮਹੀਨਾ ਝੋਨਾ। ਵੀ ਇਹ 2 ਮਹੀਨੇ ਛੱਡ ਕੇ ਚਲੋ ਉਹਨਾਂ ਜਿਨ੍ਹਾਂ ਦੇ ਦਿਨਾਂ ਵਿੱਚ ਕਣਕ ਆਉਂਦੀ ਆ, ਉਹਨਾਂ ਦਿਨਾਂ ਦੇ ਵਿੱਚ ਕੰਮ ਵੀ ਨਹੀਂ ਚੱਲਦੇ ਹੈਗੇ, ਕਿਉਂਕਿ ਉਦੋਂ ਲੋਕ ਸਾਰੇ ਬਿਜ਼ੀ ਹੁੰਦੇ ਨੇ, ਲੇਬਰ ਵੀ ਬਿਜ਼ੀ ਹੁੰਦੀ ਹੈ ਸਾਰੀ।
ਅਸੀਂ ਇੱਕ ਪਾਲਿਸੀ ਬਣਾ ਕੇ ਲਿਆ ਕੇ ਦਿੱਤੀ ਵੀ ਤੁਸੀਂ ਜੀ ਆਹ ਜਿਹੜੀਆਂ ਮੰਡੀਆਂ ਨੇ, ਮੰਡੀਆਂ ਦੇ ਵਿੱਚ ਸਰਕਾਰ ਦੇ ਡਿਪੂ ਬਣਾ ਦਿਓ। ਸਰਕਾਰ ਦੇ ਡਿਪੂ, ਉੱਥੇ ਦਾ ਡੀਐਮਓ, ਉੱਥੇ ਦਾ ਸੈਕਟਰੀ ਇਹ ਰੇਤਾ ਗਾਹਾਂ ਵੇਚੇ। ਤੁਸੀਂ 5 ਰੁਪਏ 7 ਰੁਪਏ 10 ਰੁਪਏ ਵੀ ਰੇਤਾ ਜੇ ਵੇਚੋਗੇ ਤਾਂ ਤੁਹਾਡੇ ਕੋਲ 1 ਸਾਲ ਦਾ 12,000 ਕਰੋੜ ਰੁਪਇਆ ਇਕੱਠਾ ਹੋਊਗਾ ਤੇ 5 ਸਾਲਾਂ ਦਾ 60,000 ਰੁਪਇਆ ਇਕੱਠਾ ਹੋਊਗਾ। ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜਦੋਂ ਸਾਰੀ ਪਾਲਿਸੀ 1 ਮਹੀਨੇ ਦੇ ਵਿੱਚ ਤਕਰੀਬਨ ਸਾਰੇ ਮਾਹਰਾਂ ਨੇ ਦੱਸਦੇ ਵੀ ਇਸ ਤਰ੍ਹਾਂ ਬਣੂਗੀ ਜੀ। ਜਵਾਬ ਇਹ ਸੀ ਇਹਨਾਂ ਦੇ ਵੱਡੇ ਬੌਸ ਦਾ, ਕਹਿੰਦੇ ਵੀ ਇੱਥੇ ਅਸੀਂ 2-4 ਜਾਣੇ ਆ ਜਿਹੜੇ, ਬਾਕੀ ਦੇ ਕਹਿੰਦਾ ਸਾਰੇ ਰੇਤੇ ਤੇ ਪਲ ਰਹੇ ਨੇ ਵੀ ਅਸੀਂ ਰੇਤਾ ਕਿਵੇਂ ਬੰਦ ਕਰ ਦਈਏ। ਸੋ ਤੁਹਾਡੇ ਲਈ ਵੀ ਮੈਂ ਤੁਹਾਡੀ ਦੱਸਣੀ ਚਾਹੁੰਦਾ, ਜੇ ਤੁਸੀਂ ਵੀ ਆਪਣੀ ਸਰਕਾਰ ਦੇ ਵਿੱਚ ਇਸ ਪਾਲਿਸੀ ਨੂੰ ਲੈ ਕੇ ਆਵੋ, ਜੇ ਤੁਸੀਂ 7 ਰੁਪਏ ਜਾਂ 8 ਰੁਪਏ ਨੂੰ ਇਹਨਾਂ ਮੰਡੀਆਂ ਦੇ ਵਿੱਚੋਂ ਰੇਤਾ ਹਰ ਜ਼ਿਲ੍ਹੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਛੋਟੇ ਕਸਬੇ ਦੇ ਵਿੱਚ ਮੰਡੀ ਹੈ, ਜੇ ਤੁਸੀਂ ਉਹਨਾਂ ਮੰਡੀਆਂ ਦੇ ਵਿੱਚੋਂ ਇਸ ਰੇਤੇ ਨੂੰ ਲਿਆ ਕੇ ਇਸ ਤਰ੍ਹਾਂ ਦਾ ਵੇਚੋ ਤਾਂ ਤਕਰੀਬਨ ਮੇਰਾ ਖਿਆਲ ਕਹਿੰਦਾ ਜਿਹੜੇ ਤੁਸੀਂ 20,000 25-30,000 ਕਰੋੜ ਦੇ ਦਾਅਵੇ ਕਰਦੇ ਸੀ ਸ਼ਾਇਦ ਕੁਛ ਨਾ ਕੁਛ ਪੱਲੇ ਪੈ ਜਾਊਗਾ। ਪਰ ਜਿਹੜੀ ਪਾਲਿਸੀ ਤੁਸੀਂ ਮਲਹੋਤਰਾ ਸਾਹਿਬ ਲੈ ਕੇ ਆ ਰਹੇ ਹੋ ਨਾ, ਦੇਖੋ ਮੈਂ ਇਹਦੇ ਨਾਲ ਸਹਿਮਤ ਨਹੀਂ, ਕਿਉਂਕਿ ਤੁਸੀਂ ਤਾਂ 44 ਰੁਪਏ ਨੂੰ ਤਾਂ ਆਲਰੇਡੀ ਮਿਲ ਰਿਹਾ, 44 ਵਾਲੀ ਉਹ ਤੁਸੀਂ ਪਾਲਿਸੀ ਲੈ ਕੇ ਤੁਸੀਂ ਕੀ ਕਰਿਆ ਨਵਾਂ। ਦੇਖੋ ਮੱਖਣ ਜੀ, ਇੱਥੇ ਪਲੀਜ਼ ਇਹ ਗੱਲ ਸਮਝਣ ਵਾਲੀ ਹੈ ਕਿ ਇਸ ਟਾਈਮ ਹਾਈ ਕੋਰਟ ਨੇ ਬੈਨ ਲਾਇਆ ਹੋਇਆ ਹੈ। ਮਲਹੋਤਰਾ ਜੀ ਤੁਸੀਂ ਆਪਣਾ ਜਵਾਬ ਦਿਓ। ਇਸ ਟਾਈਮ ਹਾਈ ਕੋਰਟ ਨੇ ਬੈਨ ਲਾਇਆ ਹੋਇਆ ਹੈ। ਇਹ ਜਿਹੜੀਆਂ ਗੱਲਾਂ ਹਾਈ ਕੋਰਟ ਨੇ ਬੈਨ ਲਾਇਆ ਹੋਇਆ ਹੈ। ਪਲੀਜ਼ ਇੱਕ ਮੇਰੀ ਵੈਸੇ ਮੈਂ ਆਪਣੇ ਮੁੱਦੇ ਤੋਂ ਬਾਅਦ ਜਾ ਸਕਦੀ ਹੈ ਫੈਸਲੇ। ਅਰੁਣ ਜੀ ਮੈਨੂੰ ਜਵਾਬ ਦੇ ਰਹਿਣ ਦਿਓ। ਇੱਕ ਮਿੰਟ ਪਲੀਜ਼ ਅਰੁਣ ਜੀ, ਵੈਸੇ ਮੈਂ ਤੇ ਬਾਹਰ ਨਹੀਂ ਜਾਣਾ ਚਾਹੁੰਦਾ, ਪਰ ਮੇਰੀ ਗੱਲ ਧਿਆਨ ਨਾਲ ਸੁਣ ਲਿਓ। ਇਸ ਚੀਜ਼ ਤੇ ਤਾਂ ਤੁਸੀਂ ਕਹਿੰਦੇ ਹੋ ਵੀ ਹਾਈ ਕੋਰਟ ਨੇ ਬੈਨ ਲਾਇਆ ਹੋਇਆ, ਇਸ ਚੀਜ਼ ਤੇ ਤਾਂ ਕਹਿੰਦੇ ਹੋ ਤੁਸੀਂ ਹਾਈ ਕੋਰਟ ਨੇ ਬੈਨ ਲਾਇਆ ਹੋਇਆ। ਜਿਹੜੀ ਤੁਸੀਂ ਇੱਕ ਦਾਅਵਾ ਹੋਰ ਕੀਤਾ ਸੀਗਾ 1000 ਰੁਪਇਆ ਅਸੀਂ ਕੱਲੀ ਲੇਡੀ ਨੂੰ ਦਵਾਂਗੇ, ਉਹਨੇ ਤੇ ਹਾਈ ਕੋਰਟ ਨੇ ਬੈਨ ਲਾਇਆ ਵਾ ਤਾਂ ਨਹੀਂ? ਮੈਂ ਜਵਾਬ ਦੇ ਦਿਆਂ ਜੀ। ਹਾਂ ਦੇਖੋ ਮੱਖਣ ਜੀ, ਵੈਸੇ ਮੁੱਦੇ 'ਚ ਨਹੀਂ ਅੱਜ ਅੱਜ ਮੁੱਦੇ 'ਚ ਨਹੀਂ ਹੈ, ਵੈਸੇ ਮੈਂ ਪੁੱਛਣਾ। ਨਹੀਂ ਠੀਕ ਹੈ ਤੁਹਾਡੀ ਗੱਲ। ਦੇਖੋ ਇਹ ਕੋਈ ਵੀ ਸਰਕਾਰ ਜਿਹੜੀ ਹੈ ਉਹ ਜਦੋਂ ਲੋਕਾਂ ਨੂੰ ਕੋਈ ਬੈਨੀਫਿਟ ਦਿੰਦੀ ਹੈ, ਜਿਸ ਤਰ੍ਹਾਂ 1000 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਹੈਗਾ, ਖਜ਼ਾਨੇ 'ਚ ਪੈਸਾ ਜਦੋਂ ਆ ਜਾਏਗਾ ਉਦੋਂ ਹੀ ਦੇਗੀ ਨਾ। ਵਪਾਰੀਆਂ ਨੂੰ ਛਿਲ ਕੇ ਲਿਆਉਣਾ ਤੁਸੀਂ। ਇੱਕ ਮਿੰਟ ਜਨਾਬ, ਉਹ ਜਨਾਬ ਸੁਣ ਲਓ ਹੁਣ, ਉਹ ਹੁਣ ਸੁਣ ਲਓ, ਹੁਣ ਸੁਣ ਲਓ ਜਨਾਬ, ਤੁਸੀਂ ਲੁੱਟ ਕੇ ਲੈ ਗਏ ਖਜ਼ਾਨੇ ਨੂੰ। ਝੂਠ ਬੋਲ ਕੇ ਤੁਸੀਂ 10 ਕਰੋੜ ਰੁਪਇਆ ਥੁੱਕ ਦੇ ਬੜੇ ਪਕਾਉਂਦੇ ਜਿਹਦੇ ਘਰੋਂ ਨਿਕਲਿਆ ਕਿ ਨਹੀਂ ਨਿਕਲਿਆ? 3 ਮਹੀਨਿਆਂ 'ਚ ਚੰਨੀ ਦੇ 1 ਲੱਖ ਦੀ ਸਿਕਿਉਰਿਟੀ ਕਰਤੀ ਆ, 3 ਲੱਖ ਤੋਂ 5 ਲੱਖ ਸਿਕਿਉਰਿਟੀ ਕਰਤੀ ਆ। ਪਤਾ ਤੁਹਾਨੂੰ ਹੈ ਕੋਈ ਨਹੀਂ ਸਿਸਟਮ ਜਨਾਬ 3 ਮਹੀਨਿਆਂ 'ਚ 10 ਕਰੋੜ ਰੁਪਇਆ ਚੰਨੀ ਦੇ ਜਿਹਦੇ ਘਰੋਂ ਨਿਕਲਿਆ ਨਾ, ਐਡਵਰਟਾਈਜ਼ਮੈਂਟ ਤੇ ਲਾਤੇ ਜੇ ਤੁਸੀਂ ਪੰਜਾਬ ਨੂੰ 3 ਮਹੀਨੇ 'ਚ 10 ਕਰੋੜ ਰੁਪਇਆ ਚੰਨੀ ਦੇ ਭਤੀਜੇ ਦੇ ਘਰੋਂ ਨਿਕਲਿਆ ਨਾ, ਠੀਕ ਹੈ ਨਾ? ਤੇ ਤੁਸੀਂ ਦੇਖੋ ਕਿ 5 ਸਾਲਾਂ 'ਚ ਕਿੰਨਾ ਲੁੱਟਿਆ ਹੋਣਾ, ਉਹ ਤਾਂ ਕੱਲਾ ਇੱਕ ਭਤੀਜਾ ਸੀ, ਹੋਰ ਕਿੰਨੇ ਤੁਹਾਨੂੰ ਸੋਹਣੇ ਵੋਟ ਨਾ ਪਵੇ ਇੱਕ ਵੀ, ਹੋਰ ਕਿੰਨੇ ਚਾਚੇ ਤਾਏ ਹੋਣੇ ਆ, ਹੋਰ ਕਿੰਨੇ ਮਿਨਿਸਟਰ ਸੀ ਤੁਹਾਡੇ। ਸੋ ਦੇਖੋ ਜੀ ਗੱਲ ਸੁਣੋ ਮਲਹੋਤਰਾ ਸਾਹਿਬ, ਜ਼ੁਬਾਨ ਸਾਨੂੰ ਵੀ ਲੱਗੀ ਆ ਬੋਲਣ ਵਾਸਤੇ, ਲੇਕਿਨ ਆਪਣੇ ਲਫ਼ਜ਼ਾਂ ਤੇ ਕੰਟਰੋਲ ਕਰੋ, ਲਫ਼ਜ਼ਾਂ ਤੇ ਕੰਟਰੋਲ ਕਰੋ। ਸਾਨੂੰ ਵੀ ਬੋਲਣਾ ਆਉਂਦਾ ਨਹੀਂ, ਬੋਲਦੇ ਆ। ਸੱਚਾਈ ਨਹੀਂ ਸੁਣੀ ਜਾਂਦੀ ਨਾ ਗੱਲ ਕਰਿਓ ਚਾਚੇ ਤਾਏ ਇਹ ਆਫ ਦਾ ਰਿਕਾਰਡ ਨਹੀਂ ਹੈ। ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਨਿਕਲੇ ਕਿ ਨਹੀਂ ਨਿਕਲਿਆ? ਪਾਰਟੀ 'ਚ ਹੋਗੇ ਭਤੀਜੇ ਦੇ ਘਰੋਂ 10 ਕਰੋੜ ਨਿਕਲੇ ਕਿ ਨਹੀਂ ਨਿਕਲਿਆ? ਉਹ ਜਨਾਬ ਬੋਲੋ, ਜ਼ਬਾਨ ਹੈਗੀ ਹੈ ਤਾਂ ਬੋਲੋ। ਤੁਸੀਂ ਅਸੀਂ ਰੋਕਦੇ ਨਹੀਂ ਤੁਹਾਨੂੰ, ਅਸੀਂ ਰੋਕਦੇ ਨਹੀਂ, ਜ਼ਬਾਨ ਹੈਗੀ ਹੈ ਤਾਂ ਬੋਲੋ, ਪਰ ਸੱਚ ਬੋਲੋ। ਪਾਰਟੀ ਦੀ ਗੱਲਾਂ ਕਰਿਆ ਕਰੋ ਰਾਉਂਡ ਟੇਬਲ ਦੇ ਉੱਤੇ ਬਹਿ ਕੇ। ਇਹ ਡਿਬੇਟ ਆ ਕਿਸੇ ਟੀਵੀ ਚੈਨਲ ਦੀ। ਯੂ ਹੈਵ ਟੂ ਨੋ ਹਾਊ ਟੂ ਸਪੀਕ। ਯੂ ਨੋ ਹਾਊ ਟੂ ਬੰਦ ਕਰੋ। ਬਹੁਤ ਸੁਣ ਲਿਆ ਪੰਜਾਬ ਨੇ ਤੁਹਾਡਾ ਝੂਠ, ਬਹੁਤ ਸੁਣ ਲਿਆ ਤੁਹਾਡਾ ਝੂਠ। ਪੰਜਾਬ ਨੇ ਲੁੱਟ ਕੇ ਖਾ ਗਿਆ ਪੰਜਾਬ। ਇੱਕ ਸਵਾਲ ਆ ਮੇਰਾ, ਹੁਣ ਦੁੱਧ ਦੇ ਧੋਤੇ ਬਣਦੇ ਹੋ। ਜਿਹੜੇ ਡੀਪੂ ਕੇਂਦਰ ਖੋਲੇ ਜਾਣਗੇ, ਤੁਸੀਂ ਕੀ ਗੱਲ ਕਰਦੇ ਪਏ ਜੇ? ਮਾਈਨਿੰਗ ਵਿਭਾਗ ਦੇ ਅਧਿਕਾਰੀ ਉੱਥੇ ਕੰਮ ਕਰਨਗੇ ਜਾਂ ਫਿਰ ਆਮ ਲੋਕਾਂ ਦੀ ਹੋਰ ਭਰਤੀ ਕੀਤੀ ਜਾਏਗੀ? ਇੱਕ ਮਿੰਟ ਜੀ, ਇਹਨਾਂ ਨੂੰ ਚੁੱਪ ਕਰੋ। ਜਿਹੜਾ ਤੁਸੀਂ ਡਰਦੇ ਨੇ ਪੰਜਾਬ ਸਰਕਾਰ ਤੋਂ, ਤੁਹਾਡੀ ਗੱਲ ਦਾ ਜਵਾਬ ਜਵਾਬ ਗੱਲ ਕਰੋ ਸਾਡੇ ਨਾਲ। ਅਸੀਂ ਸਾਨੂੰ ਬੁਲਾਇਆ ਤੁਸੀਂ ਗੱਲ ਕਰਨ ਵਾਸਤੇ, 1 ਮਿੰਟ ਤੁਸੀਂ ਸਾਨੂੰ ਗੱਲ ਕਰਨ ਦਾ ਟਾਈਮ ਨਹੀਂ ਦੇਣ ਦੇ, ਔਰ ਉੱਤੋਂ ਸਾਨੂੰ ਤੁਸੀਂ ਚਾਚੇ ਤਾਏ ਦੀ ਗੱਲਾਂ ਕਰਾ ਰਹੇ। ਇਹ ਤੁਹਾਡੇ ਟੀਵੀ ਚੈਨਲ ਦੀ ਡਿਬੇਟ ਦਾ ਮਿਆਰ ਹੈ? ਉਹ ਬਿਲਕੁਲ ਜੋਸ਼ੀ ਜੀ, ਮੈਂ ਸਵਾਲ ਕਰਾਂਗਾ ਕਾਂਗਰਸੀ ਲੀਡਰਾਂ ਦੇ ਚਾਚੇ ਤਾਏ ਨੇ ਕਿਉਂ ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਨਹੀਂ ਮਿਲਿਆ? ਚੰਨੀ ਦੇ ਭਤੀਜੇ ਦੇ ਘਰੋਂ 10 ਕਰੋੜ ਨਹੀਂ ਮਿਲਿਆ? ਇਹ ਕੋਈ ਤੁਹਾਨੂੰ ਅੱਗ ਲੱਗਦੀ ਹੈ ਸੱਚ ਸੁਣ ਕੇ? ਪਲੀਜ਼ ਥੋੜਾ ਜਿਹਾ ਹੁਣ ਤੁਸੀਂ ਕੂਲ ਹੋਵੋ। ਆਪਾਂ ਲੋਕਾਂ ਦੇ ਪਰਸਨਲ ਚੋਰ ਨਾ ਕਹੋ। ਤੁਸੀਂ ਇੱਕ ਰਿਸਪੈਕਟੇਬਲ ਪਾਰਟੀ ਦੇ ਨੁਮਾਇੰਦੇ ਦੇ, ਡਕੈਤਾਂ ਨੂੰ ਡਕੈਤ ਨਾ ਕਹੋ, ਚੋਰ ਨੂੰ ਚੋਰ ਨਾ ਕਹੋ। ਅਸੀਂ ਪਾਰਟੀ ਨਾਲ ਗੱਲ ਰੱਖਣੇ ਆ। ਚੇਤਨ ਜੀ ਚੋਰ ਨੂੰ ਚੋਰ ਨਾ ਕਹੋ, ਡਕੈਤ ਨੂੰ ਡਕੈਤ ਨਾ ਕਹੋ। ਚੋਰ ਕਿੰਨੇ ਗਿਆ ਤੁਹਾਨੂੰ? ਅਸੀਂ ਤਾਂ ਬੋਲੇ ਨਹੀਂ ਚੋਰ। ਮੇਰੇ ਮੂੰਹ ਡਿਬੇਟ ਮੈਂ ਕਹਿ ਰਿਹਾ ਨਾ ਤੁਹਾਡੇ ਲੀਡਰਾਂ ਨੂੰ ਚੋਰ। ਚੇਤਨ ਜੀ ਆਪਾਂ ਆਪਣੇ ਚੇਤਨ ਜੀ ਆਪਾਂ ਤੁਹਾਡੇ ਲੀਡਰ
ਲੁਟੇਰੇ ਚੇਤਨ ਜੀ ਪੰਜਾਬ ਆਪਾਂ ਨੂੰ। ਉਸ ਮੁੱਦੇ ਤੇ ਆਈਏ। ਚੇਤਨ ਜੀ ਪਲੀਜ਼, ਮੈਂ ਉਸੇ ਗੱਲ ਤੇ ਸਰ ਆ ਰਿਹਾ ਜੀ। ਮੈਂ ਆ ਰਿਹਾ, ਦੇਖੋ ਉਦੋਂ ਦਾ ਬੋਲਦੇ ਜਾ ਰਹੇ ਨੇ, ਮੇਰੀ ਗੱਲ ਸੁਣੋ, ਉਦੋਂ ਦਾ ਬੋਲਦੇ ਜਾ ਰਹੇ ਨੇ, ਠੀਕ ਹੈ ਜੀ। ਪਹਿਲਾਂ ਤਾਂ ਮੈਨੂੰ ਐਂਕਰ ਦੀ ਸਮਝ ਨਹੀਂ ਆ ਰਹੀ ਵੀ ਤੁਸੀਂ ਲੋਕਾਂ ਨੇ ਸਾਨੂੰ ਸੱਦਿਆ ਕਿ ਸਾਨੂੰ ਬੁਲਾਉਣਾ ਨਹੀਂ ਇਹਦੇ, ਠੀਕ ਹੈ ਜੀ। ਔਰ ਜੇ ਅਸੀਂ ਗੱਲ ਕਰਦੇ ਪਏ ਆ ਚੇਤਨ ਜੀ ਮੈਂ ਦੱਸਦਾ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਜੀ ਸਰ, ਮੇਰੀ ਗੱਲ ਸੁਣੋ ਜੀ ਚੇਤਨ ਜੀ, ਮੇਰੀ ਗੱਲ ਸੁਣੋ, ਬੇਨਤੀ ਸੁਣੋ ਮੇਰੀ ਜੀ ਸਰ। ਤੁਸੀਂ ਸਾਡੇ ਸਤਿਕਾਰਯੋਗ ਲੀਡਰ ਹੈਗੇ ਹੋ। ਮੈਂ ਤਾਂ ਹੀ ਕਹਿ ਰਿਹਾ ਨਾ, ਮੈਂ ਆਰਪੀਐਸ ਮਲਹੋਤਰਾ ਜੀ ਨੂੰ ਬਾਅਦ ਚ ਜਾਣਦਾ, ਪਹਿਲਾਂ ਮੈਂ ਤੁਹਾਨੂੰ ਜਾਣਦਾ। ਮੈਂ ਇਹ ਸੱਚਾਈ ਦੱਸ ਰਿਹਾ ਤੁਹਾਨੂੰ। ਜਦੋਂ ਮੈਂ ਇਸ ਖੇਤਰ ਦੇ ਵਿੱਚ ਆਇਆ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਰਕਾਰ ਸੀ ਤੇ ਮੈਂ ਸ਼ੁਰੂਆਤ ਇੱਥੋਂ ਕੀਤੀ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਤੁਹਾਡਾ ਸਤਿਕਾਰ ਕਰਦਾ। ਤੁਸੀਂ ਕਹਿੰਦੇ ਹੋ ਵੀ ਮਲਹੋਤਰਾ ਜੀ ਨੂੰ ਸਮਾਂ ਦਿੱਤਾ ਜਾ ਰਿਹਾ। ਦੇਖੋ ਤਿੰਨ ਪਾਰਟੀਆਂ, ਜਦੋਂ ਤਿੰਨ ਪਾਰਟੀਆਂ ਚਾਰ ਪਾਰਟੀਆਂ ਸਵਾਲ ਕਰਦੀਆਂ ਨੇ ਤਾਂ ਸਰਕਾਰ ਹੈ ਜਿਹੜੀ ਰੂਲਿੰਗ ਪਾਰਟੀ ਉਹ ਜਵਾਬ ਦਿੰਦੀ ਹੈ ਨਾ, ਤਾਂ ਫਿਰ ਜਵਾਬ ਲੈਣਾ ਪੈਂਦਾ। ਤੁਸੀਂ ਇੱਕ ਸ਼ਬਦਾਂ ਦੀ ਮਰਿਆਦਾ ਨਾ ਰੱਖੋ। ਤੁਸੀਂ ਨਿੱਜੀ ਹਮਲਾ ਕਰਦੇ ਹੋ। ਚਾਚੇ ਤਾਇਆਂ ਦੀ ਗੱਲਾਂ ਕਰਦੇ ਪਏ ਜੇ, ਹੁਣ ਆਪਾਂ ਅੱਗੇ ਜਾਈਏ। ਕਰਦੇ ਪਏ ਆ। ਮੈਂ ਤਾਂ ਵਿਧਾਨ ਸਭਾ ਦੇ ਵਿੱਚੋਂ ਪਾਸ ਹੋਇਆ, ਕੈਬਨਿਟ ਨੇ ਪਾਸ ਕੀਤਾ, ਸਰਕਾਰੀ ਨੋਟੀਫਿਕੇਸ਼ਨ ਆ। We must know how to use the civilized language on the, this is a policy। ਇਹ ਸਾਡੇ ਵਾਸਤੇ ਲੌਗ ਬੁੱਕ, ਸਾਡੇ ਵਾਸਤੇ ਇੱਕ ਪਵਿੱਤਰ ਪੇਜ ਆ ਭਾਰਤ ਪੰਜਾਬ ਸਰਕਾਰ ਵੱਲੋਂ। ਅਸੀਂ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਦਾ ਸਤਿਕਾਰ ਕਰਦੇ ਆ, ਅਸੀਂ ਉੱਤੇ ਗੱਲ ਕਰ ਰਹੇ ਆ। ਮੈਂ ਤਾਂ ਜੀ ਕੋਈ ਗੱਲ ਫਿਰ ਉੱਥੇ ਆਪਾਂ ਨੂੰ ਆਉਣਾ ਪੈਣਾ। ਮੈਂ ਤਾਂ ਤੁਸੀਂ ਸਾਡੇ ਕੋਲ ਪਹਿਲਾਂ ਪੁੱਛੋ ਤਾਂ ਸਹੀ ਵੀ ਹਾਂਜੀ ਤੁਸੀਂ ਆਪਣੇ ਪਾਰਟੀ ਵੱਲੋਂ ਕੀ ਪੱਖ ਰੱਖਣਾ, ਅਸੀਂ ਤੁਹਾਨੂੰ ਦਸੀਏ ਚ ਕੀ ਕਮੀਆਂ ਨੇ। ਜਦੋਂ ਕਮੀ ਤੇ ਸਾਡੇ ਕੋਲ ਸੁਣਦੇ ਨਹੀਂ ਪਏ। ਹੁਣ ਮੈਨੂੰ ਇਹ ਦੱਸੋ ਜੀ, ਇੱਕ ਮਿੰਟ। ਅੱਛਾ ਜੋਸ਼ੀ ਸਾਹਿਬ, ਇੱਕ ਮਿੰਟ ਜੋਸ਼ੀ ਸਾਹਿਬ, ਇੱਕ ਸਵਾਲ ਤਾਂ ਉੱਠਦਾ, ਸੁਣੋ ਧਿਆਨ ਨਾਲ। ਜਿੰਨੇ ਮਰਜ਼ੀ ਪੁੱਛੋ ਸਰ, ਮੈਂ ਜਵਾਬ ਦਊਂਗਾ। ਕ੍ਰਿਟਿਸਿਜ਼ਮ ਇਜ਼ ਦ ਸੋਰਸ ਆਫ ਪ੍ਰੋਗਰੈਸ। ਖੁੱਲੇ ਜਾਣਗੇ ਜੀ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਉੱਥੇ ਕੰਮ ਕਰਨਗੇ ਜਾਂ ਫਿਰ ਹੋਰ ਭਰਤੀਆਂ ਵੀ ਕੀਤੀਆਂ ਜਾਣਗੀਆਂ, ਕਿਉਂਕਿ ਕੇਂਦਰ ਤਾਂ ਖੁੱਲਣਗੇ, ਡਿਪੂ ਖੁੱਲਣਗੇ, ਉਹਦੇ ਤੇ ਖਰਚਾ ਵੀ ਆਏਗਾ। ਸਵਾਲ ਉਹੀ ਉੱਠਦਾ ਕਿ ਖਰਚਾ ਤਾਂ ਕੀਤਾ ਜਾਏਗਾ ਪਰੰਤੂ ਉਹਦਾ ਬੋਝ ਤਾਂ ਆਮ ਘੁੰਮ ਘਮਾ ਕੇ ਆਮ ਲੋਕਾਂ ਤੇ ਹੀ ਪੈਣਾ। ਇਹ ਤਾਂ ਸਵਾਲ ਉੱਠਦਾ ਹੀ ਹੈ ਨਾ। ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦਊਂਗਾ ਜਿੱਥੇ ਮੇਰਾ ਕ੍ਰਿਟਿਸਿਜ਼ਮ ਸਵਾਲ ਮੈਨੂੰ ਹੈ ਕਿ ਚੇਤਨ ਜੀ ਨੂੰ ਹੈ, ਠੀਕ ਹੈ ਨਾ। ਮੈਨੂੰ ਕ੍ਰਿਟਿਸਾਈਜ਼ ਕਰੋ ਜੀ, ਸਦਕੇ ਕਰੋ। ਅਸੀਂ ਤੁਹਾਡੇ ਹਰ ਸ਼ਬਦ ਦਾ ਜਵਾਬ ਦੇਣ ਵਾਸਤੇ ਬੈਠੇ ਹਾਂ, ਪਰ ਸਵਾਲ ਮੈਨੂੰ ਹੈ ਕਿ ਚੇਤਨ ਜੀ ਨੂੰ ਹੈ। ਤਾਂ ਮਲਹੋਤਰਾ ਸਾਹਿਬ ਤੁਹਾਨੂੰ ਹੈ ਸਵਾਲ। ਹਾਂ ਤਾਂ ਫਿਰ ਉਹਨਾਂ ਨੂੰ ਪਲੀਜ਼ ਕਿਰਪਾ ਕਰਕੇ ਚੁੱਪ ਕਰਾਓ ਨਾ। ਤੁਸੀਂ ਇਸ ਜਵਾਬ ਦਾ ਸਵਾਲ ਦਿਓ। ਦੇਖੋ ਮੌਜੂਦਾ ਤੌਰ ਤੇ ਜੋ ਮੌਜੂਦਾ ਸਟਾਫ ਸੀਗਾ ਉਸ ਨੂੰ ਯੂਟਿਲਾਈਜ਼ ਕਰਕੇ ਵੀ ਗੱਲ ਹੈਗੀ ਆ ਨਾਲ। ਹਾਂ ਅਰੁਣ ਜੀ ਜਵਾਬ ਲੈ ਲਓ। ਦੇਖੋ ਮੌਜੂਦਾ ਤੌਰ ਤੇ ਜਿਹੜਾ ਮੌਜੂਦਾ ਸਟਾਫ ਹੈਗਾ ਉਸ ਨੂੰ ਯੂਟਿਲਾਈਜ਼ ਕਰਕੇ ਇਹ ਜਿਹੜਾ ਡਿਪੂ ਖੋਲਿਆ ਗਿਆ ਹੈਗਾ, ਪਰ ਕਿਉਂਕਿ ਸਾਰੇ ਜ਼ਿਲ੍ਹਿਆਂ ਵਿੱਚ ਡਿਪੂ ਖੋਲੇ ਜਾਣੇ ਆ, ਕੁਝ ਜ਼ਿਲ੍ਹਿਆਂ ਵਿੱਚ 2 ਤੋਂ 4 ਡਿਪੂ ਖੋਲੇ ਜਾਣੇ ਆ, ਤਾਂ ਆਬਵੀਅਸ ਜੀ ਗੱਲ ਹੈ ਕਿ ਐਡੀਸ਼ਨਲ ਸਟਾਫ ਦੀ ਜ਼ਰੂਰਤ ਪਏਗੀ। ਸੋ ਉਸ ਟਾਈਮ ਫਿਰ ਹੋਰ ਸਟਾਫ ਜਿਹੜਾ ਹਾਇਰ ਕੀਤਾ ਜਾਏਗਾ। ਇੱਕ ਮੈਂ ਇੱਥੇ ਗੱਲ ਕਰਨਾ ਚਾਹਨਾ, ਜਿਹੜਾ ਸਰਬਜੀਤ ਜੀ ਨੇ ਕਿਹਾ ਹੈਗਾ ਕਿ ਜਿਹੜੀਆਂ ਮੌਜੂਦਾ ਮੰਡੀਆਂ ਹੈਗੀਆਂ ਉਹ 10 ਮਹੀਨੇ ਫ੍ਰੀ ਪਈਆਂ ਰਹਿੰਦੀਆਂ ਤੇ ਉਹਨਾਂ ਨੂੰ ਡਿਪੂਆਂ ਦੇ ਤੌਰ ਤੇ ਜਿਹੜਾ ਇਸਤੇਮਾਲ ਕੀਤਾ ਜਾ ਸਕਦਾ ਹੈ। ਵੈਸੇ ਇਸ ਵਿੱਚ ਆਈਡੀਆ ਤੇ ਵਿਚਾਰ ਕੀਤਾ ਜਾ ਸਕਦਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਕਟੀਕਲ ਨਹੀਂ ਹੋਣਾ, ਕਿਉਂਕਿ ਜਦੋਂ ਕਣਕ ਜਾਂ ਝੋਨੇ ਨੇ ਆਣਾ ਤਾਂ ਕੀ ਆਪਾਂ ਉਸ ਸਮੇਂ ਫਿਰ ਇਹਨੂੰ ਰੇਤੇ ਤੋਂ ਖਾਲੀ ਕਰਵਾਵਾਂਗੇ ਤੇ ਫਿਰ ਕਣਕ ਤੇ ਝੋਨਾ ਉੱਥੇ ਐਂਟਰ ਕਰੇਗਾ। ਮੇਰੇ ਖਿਆਲ ਨਾਲ ਉਸ ਟਾਈਮ ਕਾਫੀ ਜ਼ਿਆਦਾ ਦਿੱਕਤ ਆਏਗੀ। ਸੋ ਥੋੜਾ ਮੈਨੂੰ ਇਸ ਗੱਲ ਦੀ ਪ੍ਰੈਕਟੀਕੈਲਿਟੀ ਤੇ ਮੈਨੂੰ ਡਾਊਟ ਹੈਗਾ। ਮੈਂ ਤੁਹਾਨੂੰ ਇਸ ਦਾ ਜਵਾਬ ਦੇਣਾ। ਇੱਕ ਮੰਡੀ ਦੇ ਵਿੱਚ ਬਹੁਤ ਜਗ੍ਹਾ ਹੁੰਦੀ ਹੈ ਔਰ ਕੱਚੀਆਂ ਮੰਡੀਆਂ ਦੇ ਵਿੱਚ ਸੰਖੇਪ ਚ ਦਿਓ ਮੱਖਣ ਜੀ, ਸੰਖੇਪ ਚ ਮਾਗੇ ਵੀ ਜਾਣਾ। ਜੋਸ਼ੀ ਸੁਖਵੀਰ ਜੀ ਬੈਠੇ ਨੇ, ਰਮਨਦੀਪ ਜੀ ਬੈਠੇ ਨੇ। ਹਰ ਮੰਡੀ ਦੇ ਵਿੱਚ ਸਿਰਫ 2 ਮਹੀਨੇ ਫਸਲ ਆਉਂਦੀ ਆ। 2 ਮਹੀਨੇ ਜਦੋਂ ਫਸਲ ਆਉਂਦੀ ਆ ਉਦੋਂ ਲੇਬਰ ਹੈ ਜਿਹੜੀ ਉਹ ਮੰਡੀਆਂ 'ਚ ਚਲੀ ਜਾਂਦੀ ਹੈ ਤੇ ਜਿਹੜੇ ਕੰਮ ਕਰਾਉਣ ਵਾਲੇ ਜ਼ਿਮੀਂਦਾਰ ਨੇ ਜਾਂ ਸਾਰੇ ਨੇ ਉਹ ਕੰਮ ਬੰਦ ਕਰ ਦਿੰਦੇ ਆ। ਇਸ ਕਰਕੇ ਰੇਤੇ ਦੀ ਉਹਨਾਂ ਦਿਨਾਂ ਦੇ ਵਿੱਚ ਡਿਮਾਂਡ ਨਹੀਂ ਰਹਿੰਦੀ ਹੈਗੀ। ਜਿੰਨੀਆਂ ਵੀ ਪ੍ਰਾਈਵੇਟ ਕੰਪਨੀਆਂ ਸੜਕਾਂ ਤੇ ਲੈ ਕੇ ਜਾਂਦੀਆਂ ਆਪਣੀਆਂ ਲੈ ਕੇ ਸੜਕਾਂ ਤੇ ਜਾਂਦੀਆਂ ਨੇ। ਸੋ ਕਹਿਣ ਦਾ ਭਾਵ ਉਸ ਟਾਈਮ ਦੇ ਵਿੱਚ ਕੁਝ ਏਰੀਆ ਵਰਤਿਆ ਜਾ ਸਕਦਾ, ਬਾਕੀ ਦਾ ਸਾਰਾ ਮੰਡੀ ਵਾਸਤੇ। ਇਹ ਅਸੀਂ ਸਾਰਾ ਪ੍ਰੈਕਟੀਕਲ ਕੀਤਾ ਹੋਇਆ, ਇਹ ਹੋ ਸਕਦਾ। ਤੇ ਨੰਬਰ 2 ਤੇ ਉੱਥੇ ਸਾਰਾ ਸਟਾਫ ਆ ਜਿਹੜਾ ਉਹ ਪੂਰਾ ਸਾਲ ਵਿਹਲਾ ਰਹਿੰਦਾ, ਉਹਨੂੰ ਕੰਮ ਤੇ ਲਾਇਆ ਜਾ ਸਕਦਾ। ਸੋ ਇਸ ਕਰਕੇ ਮੈਂ ਤੁਹਾਨੂੰ ਤਾਂ ਕਰਕੇ ਬੇਨਤੀ ਕੀਤੀ ਸੀ ਕਿ ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੈਗੀ। ਮੈਂ ਤਾਂ ਤੁਹਾਡੇ ਕੋਲ ਕੋਈ ਸਵਾਲ ਕਰਦਾ। ਡੈਫੀਨਿਟਲੀ ਤੁਹਾਡੀ ਇਹ ਜਿਹੜੀ ਸੁਜੈਸ਼ਨ ਹੈਗੀ ਇਹਨੂੰ ਕੰਸੀਡਰ ਕੀਤਾ ਜਾ ਸਕਦਾ ਹੈ। ਅੱਛਾ ਜੋਸ਼ੀ ਜੀ, ਮੇਰਾ ਸਵਾਲ ਜੋਸ਼ੀ ਜੀ ਨੂੰ ਹੈ। ਇੱਕ ਸਵਾਲ ਮੈਨੂੰ ਕਰ ਲੈਂਦੇ ਹੋ ਜੋਸ਼ੀ ਜੀ। ਕੇਂਦਰ ਸਰਕਾਰ ਇਹਦੇ 'ਚ ਦਖਲ ਦੇ ਸਕਦੀ ਹੈ? ਤੁਸੀਂ ਵੱਡੇ ਸਵਾਲ ਤਾਂ ਚੱਕੇ ਨੇ ਪੰਜਾਬ ਸਰਕਾਰ ਤੇ ਕਿ ਜੇਕਰ ਇਸ ਤਰ੍ਹਾਂ ਦੀਆਂ ਬੇਨੀਮੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਮਾਈਨਿੰਗ ਨੂੰ ਲੈ ਕੇ, ਜੇ ਤੁਸੀਂ ਕਹਿੰਦੇ ਹੋ ਸਰਕਾਰ ਦੋਸ਼ੀ ਹੈਗੀ ਆ ਕਿਤੇ ਨਾ ਕਿਤੇ, ਤਾਂ ਕੇਂਦਰ ਸਰਕਾਰ ਦਾ ਵੀ ਇਹਦੇ 'ਚ ਕੋਈ ਦਖਲ ਹੋ ਸਕਦਾ?
ਕਦੇ ਦੇਖੋ, ਪਹਿਲੀ ਜਿਸ ਗੱਲ ਤਰੀਕੇ ਨਾਲ ਕੇਂਦਰੀ ਏਜੰਸੀਆਂ ਜੀ ਪਹਿਲੀ ਗੱਲ, ਜਿੱਥੇ ਜਿੱਥੇ ਸਟੇਟ ਗਵਰਨਮੈਂਟ ਦੇ ਕੋਲੋਂ ਗਲਤੀਆਂ ਹੋਏਗੀ ਫੈਡਰਲ ਗਵਰਨਮੈਂਟ ਉਦੋਂ ਇੰਟਰਫੇਅਰ ਕਰਦੀ ਹੈ, ਅਦਰਵਾਈਜ਼ ਫੈਡਰਲ ਗਵਰਨਮੈਂਟ ਇੰਟਰਫੇਅਰ ਨਹੀਂ ਕਰਦੀ। ਪਹਿਲੀ ਗੱਲ, ਸਟੇਟ ਦੇ ਆਪਣੇ ਰਾਈਟਸ ਨੇ, ਫੈਡਰਲ ਗਵਰਨਮੈਂਟ ਦੇ ਆਪਣੇ ਰਾਈਟਸ ਨੇ, ਠੀਕ ਹੈ ਜੀ। ਜਿੱਥੇ ਗਲਤੀ ਹੋਏਗੀ ਨੈਚੁਰਲੀ, ਜੇ ਪੰਜਾਬ ਦਾ ਮਾਹੌਲ ਪਿੱਛੇ ਜੀ ਤੁਸੀਂ ਦੇਖੋ ਹੁਣ ਕੀ ਫਰੌਦੀਆਂ ਚੱਲਣ ਡੀਆਂ, ਸਭ ਕੁਝ ਚੱਲਣ ਡਿਆ ਵਾ, ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ ਨੇ, ਲੇਕਿਨ ਇੰਪਲੀਮੈਂਟ ਉਹ ਸਟੇਟ ਗਵਰਨਮੈਂਟ ਨੇ ਕਰਨਾ ਵਾ। ਜਦੋਂ ਸਟੇਟ ਗਵਰਨਮੈਂਟ ਬੇਬਸ ਹੋ ਜਾਊਗੀ, ਸੈਂਟਰ ਗਵਰਨਮੈਂਟ ਦੀ ਇਨਵੋਲਵਮੈਂਟ ਬਿਲਕੁਲ ਉਦੋਂ ਹੁੰਦੀ ਆ। ਔਰ ਸੰਵਿਧਾਨਕ ਰੂਪ ਦੇ ਵਿੱਚ ਜੇ ਤੁਸੀਂ ਸੰਵਿਧਾਨ ਨੂੰ ਤੋੜ ਕੇ ਸੈਂਟਰ ਗਵਰਨਮੈਂਟ ਕਦੀ ਸਟੇਟ ਗਵਰਨਮੈਂਟ ਇੰਟਰਫੇਅਰ ਕਰਦੀ ਤਾਂ ਕੋਰਟ ਦੇ ਦਰਵਾਜ਼ੇ ਖੜਕੜਾਏ ਜਾਂਦੇ ਨੇ। ਸੋ ਇਸ ਕੋਲੋਂ ਫੈਡਰਲ ਗਵਰਨਮੈਂਟ ਦੇ ਉਹਦੇ ਕੁਐਸਚਨ ਚੁੱਕਣਾ ਇਹ ਚ ਬੇਨਿਯਮੀ ਹੈ। ਜੇ ਸਟੇਟ ਗਵਰਨਮੈਂਟ ਕਾਮਯਾਬ ਨਹੀਂ ਹੈਗੀ ਤੇ ਫੈਡਰਲ ਗਵਰਨਮੈਂਟ ਨੇ ਨੈਚੁਰਲੀ ਵਿੱਚ ਆਉਣਾ ਹੀ ਆਉਣਾ, ਲੇਕਿਨ ਅਜੇ ਤੱਕ ਇਦਾਂ ਦੀ ਨੌਬਤ ਨਹੀਂ ਆਈ ਹੋਈ, ਪਹਿਲੀ ਗੱਲ। ਔਰ ਸੰਵਿਧਾਨਕ ਰੂਪ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਗਵਰਨਮੈਂਟ ਕੋ ਵੀ ਹੁੰਦੇ ਨੇ, ਸੈਂਟਰ ਗਵਰਨਮੈਂਟ ਕੋ ਵੀ ਹੁੰਦੇ ਨੇ। ਇਹ ਗੱਲਾਂ ਸੰਵਿਧਾਨਕ ਤੌਰ ਦੇ ਉੱਤੇ ਬਣਾਈਆਂ ਗਈਆਂ ਪਾਲਿਸੀਆਂ, ਤੇ ਪਾਲਿਸੀਆਂ ਦੇ ਉੱਤੇ ਜਿਹੜੀ ਇੰਪਲੀਮੈਂਟੇਸ਼ਨ ਵਿੱਚ ਹੁੰਦੀਆਂ ਕੁਤਾਹੀਆਂ ਦਾ ਕੀ ਨਤੀਜਾ ਆਉਂਦਾ ਵਾ, ਇਹਦੇ ਉੱਤੇ ਬਾਅਦ ਚ ਗੱਲ ਕੀਤੀ ਜਾਂਦੀ, ਕਿਉਂਕਿ ਇਹ ਕੋਈ ਛੋਟਾ ਪੜਾਅ ਨਹੀਂ ਹੈਗਾ ਕਿ ਸੈਂਟਰ ਗਵਰਨਮੈਂਟ ਇੱਕਦਮ ਫੈਡਰਲ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਤੇ ਅਟੈਕ ਕਰ ਦੇਗੀ ਜਾਂ ਉਹਨਾਂ ਦੇ ਹੱਕਾਂ ਦੇ ਉੱਤੇ ਕਰੇਗੀ। ਇਦਾਂ ਗੱਲ ਕੋਈ ਨਹੀਂ ਹੁੰਦੀ। ਪਹਿਲੋਂ ਇਹ ਗੱਲ ਨੂੰ ਬਿਲਕੁਲ ਕਲੀਅਰ ਸਮਝੋ ਕਿ ਫੈਡਰਲ ਗਵਰਨਮੈਂਟ ਤੇ ਜਿਹੜੀ ਸਟੇਟ ਗਵਰਨਮੈਂਟ ਹੈ, ਚਾਹੇ ਉਹ ਵੱਖ-ਵੱਖ ਪਾਰਟੀਆਂ ਦੀ ਵੀ ਹੋਵੇ, ਲੇਕਿਨ ਉਹ ਇੱਕ ਹੋ ਕੇ ਚੱਲਦੀਆਂ ਨੇ। ਮਨ ਮੁਟਾਵ ਜੇ ਕਿਤੇ ਮਾੜਾ ਮੋਟਾ ਹੁੰਦਾ ਉਹ ਬੈਠ ਕੇ ਸੋਲਵ ਹੋ ਜਾਂਦਾ, ਤੇ ਹੁਣ ਤੱਕ ਸੋਲਵ ਹੁੰਦਾ ਵੀ ਆਇਆ ਵਾ। ਸੋ ਇਸ ਗੱਲੋਂ ਹਰ ਕਟਹਿਰੇ ਦੇ ਵਿੱਚ ਅਸੀਂ ਫੈਡਰਲ ਗਵਰਨਮੈਂਟ ਨੂੰ ਨਹੀਂ ਥਾਪ ਸਕਦੇ ਕਿ ਉਹ ਸਟੇਟ ਗਵਰਨਮੈਂਟ ਦੀ ਗੱਲ ਜੇ ਕਈ ਵਾਰੀ ਪ੍ਰੋਬਲਮ ਆਉਂਦੀ ਆ। ਸਾਡੇ ਭਗਵੰਤ ਸਿੰਘ ਜੀ ਮਾਨ ਸਾਡੇ ਵੀ ਮੁੱਖ ਮੰਤਰੀ ਨੇ, ਐਸੀ ਗਲਤ ਨਹੀਂ, ਕੱਲੇ ਆਮ ਆਦਮੀ ਪਾਰਟੀ ਦੇ ਨੇ ਉਹ। ਕਈਆਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੇ ਨਹੀਂ ਵੋਟ ਪਾਈ ਤਾਂ ਮਤਲਬ ਇਹ ਥੋੜੀ ਭਗਵੰਤ ਮਾਨ ਦੇ ਮੁੱਖ ਮੰਤਰੀ ਨਹੀਂ ਹੈਗੇ। ਅੱਜ ਮਲਹੋਤਰਾ ਸਾਹਿਬ ਗੱਲ ਕਰਦੇ ਪਏ ਨੇ, ਕੱਲੀ ਆਪ ਦੇ ਰੂਪ ਚ ਕਰਦੇ ਪਏ ਨੇ, ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਪਏ ਹਾਂ, ਠੀਕ ਹੈ ਜੀ। ਪੰਜਾਬ ਸਰਕਾਰ ਜਿਹੜੀ ਚਲਾ ਰਹੀ ਉਹ ਆਮ ਆਦਮੀ ਪਾਰਟੀ ਚਲਾ ਰਹੀ ਹੈ। ਅੱਛਾ, ਆਮ ਆਦਮੀ ਪਾਰਟੀ ਸੱਤਾ ਸੁਖਬੀਰ ਜੀ ਜਦੋਂ ਯਾਦ ਹੋਣਾ ਤੁਹਾਨੂੰ, ਚਰਨਜੀਤ ਸਿੰਘ ਚੰਨੀ ਜਦੋਂ ਸੀਐਮ ਸੀਗੇ ਉਸ ਸਮੇਂ ਰਾਘਵ ਚੱਡਾ ਰੂਪਨਗਰ ਏਰੀਏ ਦੇ ਵਿੱਚ ਗਏ ਸੀਗੇ। ਅਚਨਚੇਤ ਉਹਨਾਂ ਨੇ ਉੱਥੇ ਦੌਰਾ ਕੀਤਾ ਸੀਗਾ, ਗੰਭੀਰ ਦੋਸ਼ ਲਗਾਏ ਸੀ ਉਸ ਸਮੇਂ ਦੀ ਕਾਂਗਰਸ ਸਰਕਾਰ ਤੇ। ਉਸ ਤੋਂ ਬਾਅਦ ਬੇਸ਼ੱਕ ਚਰਨਜੀਤ ਸਿੰਘ ਚੰਨੀ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਰਾਘਵ ਚੱਡਾ ਜੀ ਦੇ ਜਿਹੜੇ ਦਾਅਵੇ ਸੀਗੇ ਉਹਨਾਂ ਨੂੰ ਸਿੱਧੇ ਝੂਠੇ ਕਰਾਰ ਦਿੱਤਾ ਸੀਗਾ। ਉਹਨਾਂ ਨੇ ਕਿਹਾ ਵੀ ਇਹ ਸਭ ਮਨ ਘੜੰਤ ਗੱਲਾਂ ਹੈਗੀਆਂ ਨੇ, ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀ ਆਹੂਜਾ ਜੀ, ਇਹ ਪੁਰਾਣੀ ਗੱਲ ਹੈ ਕਿ ਇਹਨਾਂ ਨੇ ਸੁਖਬੀਰ ਬੜੇ ਕੰਡੇ ਕੀਤੇ। ਕਾਂਗਰਸ ਜਦੋਂ ਕੰਮ ਵੀ ਕਰ ਰਹੀ ਸੀ ਤੇ ਇਹ ਵਿੱਚ ਆ ਕੇ ਢਿੱਕਾ ਪਾਉਂਦੇ ਸੀ, ਔਰ ਮੀਡੀਆ ਦੇ ਵਿੱਚ ਵਾਹ-ਵਾਹ ਲੈਣ ਦੇ ਲਈ, ਪਬਲਿਸਿਟੀ ਕਰਨ ਦੇ ਲਈ ਮੌਕੇ ਤੇ ਪਹੁੰਚ ਕੇ ਕਦੇ ਭਗਵੰਤ ਮਾਨ ਜੀ ਤੇ ਕਦੇ ਰਾਘਵ ਚੱਡਾ ਜੀ ਇਹੋ ਜਿਹੇ ਡਰਾਮੇ ਕਰਦੇ ਸੀ ਜੋ ਅੱਜ ਵੀ ਨਿਰੰਤਰ ਜਿਹੜੇ ਇਹਨਾਂ ਦੇ ਚੱਲ ਰਹੇ ਨੇ। ਕਦੀ ਸੁਖਬੀਰ ਜੀ ਇੱਕ ਛੋਟੀ ਜਿਹੀ ਲਾਈਨ ਮੈਂ ਤੁਹਾਡੀ ਗੱਲ ਦੇ ਨਾਲ ਹੀ ਐਡ ਕਰ ਦਿੰਦਾ, ਇੱਕ ਮਿੰਟ। ਮੈਂ ਇੱਥੇ ਇੱਕ ਸਵਾਲ ਕਰਨਾ ਚਾਹੁੰਦਾ, ਬਿਲਕੁਲ ਤੁਸੀਂ ਜਿਹੜਾ ਕੁਐਸਚਨ ਕੀਤਾ ਵਿੱਚ ਮੈਂ ਐਡ ਕਰਨਾ ਚਾਹੁੰਦਾ। ਉਦੋਂ ਜੇ ਰਾਘਵ ਚੱਡਾ ਤੇ ਕੇਜਰੀਵਾਲ ਹੋਣੀ ਆ ਕੇ ਕੁਐਸਚਨ ਕਰਦੇ ਸੀ, ਉਸ ਟਾਈਮ ਵੀ ਤੇ ਉਹੀ ਅਧਿਕਾਰੀ ਸੀ ਨਾ ਮਾਈਨਿੰਗ ਡਿਪਾਰਟਮੈਂਟ ਦੇ। ਉਦੋਂ ਤੇ ਹੈ ਨਹੀਂ ਸੀ ਵੀ ਇੱਕ ਪਿੰਡ ਤੋਂ ਪੁੱਟ ਕੇ ਲੈਂਦੇ ਦੂਜੇ ਪਿੰਡ ਦੇ ਲਾਤੇ। ਜਦੋਂ ਇਹ ਸੱਤਾ ਦੇ ਵਿੱਚ ਆਏ ਨੇ, ਕੀ ਇਹਨਾਂ ਨੇ ਫਿਰ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕੀਤੀ ਹੈ? ਜੋਸ਼ੀ ਜੀ, ਠੀਕ ਹੈ, ਸਾਰੀਆਂ ਪਾਰਟੀਆਂ ਨੇ ਦੋਸ਼ ਲਾਤੇ ਸਰਕਾਰ ਤੇ। ਹੁਣ ਇਹ ਗੱਲ ਦਾ ਤੁਸੀਂ ਕਿੱਦਾਂ ਦੇਖਦੇ ਹੋ? ਉਹਨਾਂ ਲੋਕਾਂ ਤੇ ਪਰਚੇ ਵੀ ਦਰਜ ਕੀਤੇ ਗਏ ਨੇ। ਸਰਕਾਰ ਨੇ ਵੀ ਪਾਲਿਸੀ ਵਾਪਸ ਲੈਣੀ, ਮਾਈਨਿੰਗ ਇਹਨਾਂ ਨੇ ਝੋਨਿਆਂ ਦੀ ਚੁਕਾਈ ਦੀ ਪਾਲਿਸੀ ਵਾਪਸ ਲਈ ਆ, ਤੁਸੀਂ ਨੋਟ ਕਰ ਲਿਓ ਸਰ। ਸੁਣਿਓ ਜੀ, ਤਜਰਬਾ ਤੇ ਹੈ ਨਹੀਂ ਕਿਸੇ ਚੀਜ਼ ਦਾ। ਸੁਣਿਓ ਸਰ, ਅੱਛਾ, ਮਾਫੀਆ ਦੀ ਗੱਲ ਹੋ ਰਹੀ ਸੀ, ਜਿਹੜੇ ਮਾਮਲੇ ਦਰਜ ਕੀਤੇ ਗਏ ਨੇ, ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚ ਜੀ 12 ਅਗਸਤ ਨੂੰ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਰੇਤਾ 9 ਰੁਪਏ ਪਰ ਫੁੱਟ ਵੇਚਾਂਗੇ, ਔਰ ਅੱਜ 28 ਰੁਪਏ ਖੁਦ ਅਨਾਉਂਸ ਕਰਦੇ ਨੇ। ਨਹੀਂ, ਕਿਹੜੀ ਅਖਬਾਰ ਦੀ ਖਬਰ ਹੈ ਜੀ, ਦੱਸਿਓ ਜ਼ਰਾ। 9 ਰੁਪਏ ਪਰ ਫੁੱਟ ਤੁਸੀਂ ਅਖਬਾਰਾਂ ਦਾ ਯੂਜ਼ ਹੀ ਨਹੀਂ ਕਰਦੇ ਮਲਹੋਤਰਾ ਸਾਹਿਬ, ਤੁਸੀਂ ਤੇ ਸੋਸ਼ਲ ਮੀਡੀਆ ਤੁਸੀਂ ਦੱਸ ਦਿਓ ਨਾ ਫਿਰ ਪਲੀਜ਼। ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀ ਪਾਰਟੀ ਦਾ ਮੈਨੀਫੈਸਟੋ ਵਾਲੀ ਗੱਲਾਂ ਕਹਿ ਕੇ ਮੁੱਕਰ ਜਾਓ, ਤੁਸੀਂ ਪਲੀਜ਼ ਦੱਸ ਦਿਓ। ਮੈਂ ਅਖਬਾਰ ਥੋੜੀ ਨਾਲ ਲੈ ਕੇ ਗੱਲਾਂ ਕਹਿ ਕੇ ਮੁੱਕਰ ਜਾਓ। ਚਲੋ ਵੋਟਾਂ ਤੋਂ ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਇੱਕ ਵਾਰੀ, ਮੈਂ ਸਾਰੇ ਆਪਣੇ ਆਪ ਵੋਟਾਂ ਤੋਂ ਪਹਿਲਾਂ ਪੈ ਗਿਆ ਹੋਊਗਾ। ਮਾਰਿਆ ਨੇ ਹਿਮਾਚਲ ਦੇ ਝਾੜੂ ਟਰੱਕਾਂ ਹੀ ਪਾ ਕੇ ਲੈ ਗਏ ਸੀ ਤੇ ਫਿਰ ਪੈ ਗਿਆ ਹੋਣਾ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ। ਕਿ ਤੁਹਾਨੂੰ ਅਸੀਂ ਨਾ ਪੁੱਛੀਏ। ਉਹ ਜਨਾਬ, ਨਾ ਤੁਹਾਡੀ ਨਾ ਮੇਰੀ, ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ, ਆਪਣੇ ਆਪਣੇ ਫੋਨ ਤੇ ਸਰਚ ਮਾਰ ਲਓ ਵੀ ਆਮ ਆਦਮੀ ਪਾਰਟੀ ਨੇ ਕਦੋਂ 9 ਰੁਪਏ ਫੁੱਟ ਰੇਤਾ ਦੇਣ ਦੀ ਗੱਲ ਕੀਤੀ ਸੀ। ਮੈਂ ਕਹਿੰਦਾ 50,000 ਕਰੋੜ ਤੁਸੀਂ 5 ਰੁਪਏ ਫੁੱਟ ਦਾ ਵਾਅਦਾ ਕੀਤਾ ਸੀ।
ਤੁਹਾਡੇ ਚੰਨੀ ਸਾਹਿਬ ਨੇ ਕੀਤਾ ਸੀ ਜਨਾਬ, ਤੁਹਾਡੇ ਚੰਨੀ ਸਾਹਿਬ ਨੇ ਕੀਤਾ ਸੀ। ਤੋਂ ਬਾਅਦ ਤਾਂ ਜੋ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ, ਇੱਕ ਡਿਪੂ ਖੋਲਿਆ, ਇੱਕ ਕੇਂਦਰ ਖੋਲਿਆ ਜ਼ਿਲ੍ਹਾ ਮੋਹਾਲੀ ਦੇ ਵਿੱਚ, ਜਿਹੜਾ ਪੰਜਾਬ ਦਾ ਸਭ ਤੋਂ ਪਹਿਲਾ ਕੇਂਦਰ, ਕਿਉਂਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਗੱਲ ਜ਼ਰੂਰ ਦਰਜ ਹੋਏਗੀ, ਪਰੰਤੂ ਅਸਲ ਮਾਇਨਿਆਂ ਦੇ ਵਿੱਚ ਕੀ ਲੋਕਾਂ ਤੱਕ ਰੇਤਾ ਸਸਤਾ ਪਹੁੰਚੇਗਾ? ਕਿ ਵਾਕਈ ਦੇ ਵਿੱਚ ਦਹਾਕਿਆਂ ਤੋਂ ਚੱਲਿਆ ਆ ਰਿਹਾ ਮਾਫੀਆ ਜਿਹੜਾ ਰੇਤੇ ਦਾ ਮਾਫੀਆ, ਕਿ ਵਾਕਈ ਦੇ ਵਿੱਚ ਉਹਨੂੰ ਨੱਥ ਪਏਗੀ? ਕੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪਾਏਗੀ? ਇਹ ਸਾਰੀਆਂ ਗੱਲਾਂ ਸਮੇਂ ਦੀਆਂ ਕੁੱਖ ਦੇ ਵਿੱਚ ਨੇ। ਤਾਂ ਕੱਲ ਫਿਰ ਇੱਕ ਅਲੱਗ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰਾਂਗੇ। ਮੁੱਦਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੋਏਗਾ। ਜਦ ਤੱਕ ਲਈ ਮੈਨੂੰ ਯਾਨੀ ਅਰੁਣ ਆਹੂਜਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।